ਪੰਜਾਬ ਐਜੂਸੈਟ ਦੇਖ ਰਹੇ ਸਮੂਹ ਅਧਿਆਪਕ ਸਾਹਿਬਾਨ ਤੇ ਬਹੁਤ ਹੀ ਪਿਆਰੇ ਵਿਦਿਆਰਥੀਓ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਭਵਾਨੀਗੜ੍ਹ, ਔਰ ਮੇਰੇ ਨਾਲ ਨੇ ਮੈਂ ਜਸਵੀਰ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ, ਜ਼ਿਲ੍ਹਾ ਲੁਧਿਆਣਾ। ਬਹੁਤ ਹੀ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਹਾਡਾ ਅੱਜ ਦੀ ਇਸ ਕਲਾਸ ਦੇ ਵਿੱਚ ਸਵਾਗਤ ਹੈ। ਇਸ ਕਲਾਸ ਦੇ ਅੰਦਰ ਵਿਦਨ ਹਾਫ ਐਨ ਆਰ, ਅੱਧੇ ਘੰਟੇ ਦੇ ਵਿੱਚ ਤਕਰੀਬਨ ਅਸੀਂ ਬੇਟਾ ਅੱਜ ਮੋਟੇ ਤੌਰ ਤੇ ਇੱਕ ਉਹ ਗੱਲ ਕਰਨ ਜਾ ਰਹੇ ਹਾਂ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ, ਮਹੱਤਵਪੂਰਨ ਹੈ। ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਹੁਣ ਆਪਣੇ ਅੱਗੇ ਬੋਰਡ ਦੇ ਐਗਜ਼ਾਮਸ ਆ ਰਹੇ ਨੇ। 10ਵੀਂ ਕਲਾਸ ਬੋਰਡ ਦੀ ਕਲਾਸ ਹੈ ਤੇ ਅੱਜ ਅਸੀਂ ਉਸ ਪੇਪਰ ਪੈਟਰਨ ਦੇ ਬਾਰੇ ਮੋਟੀਆਂ-ਮੋਟੀਆਂ 4 ਗੱਲਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਬਲੂ ਪ੍ਰਿੰਟ ਕੀ ਹੁੰਦਾ ਹੈ। ਜਦੋਂ ਵੀ ਕੋਈ ਪੇਪਰ ਸੈੱਟ ਕਰਦਾ ਹੈ ਤਾਂ ਸਾਡੇ ਕਿਹੜੇ ਪਾਰਟ ਦੇ ਵਿੱਚੋਂ ਕਿੰਨੇ ਅੰਕਾਂ ਦਾ ਆਣਾ ਹੈ, ਕਿਹੜੇ ਪ੍ਰਸ਼ਨ 5 ਅੰਕਾਂ ਦੇ ਕਿੱਥੋਂ ਆਣੇ ਨੇ, 3 ਅੰਕਾਂ ਦੇ ਕਿੱਥੋਂ ਆਣੇ ਨੇ, ਇਹ ਸਭ ਕੁਝ ਕੀ ਹੈ। ਦੂਸਰਾ ਪਿਆਰੇ ਵਿਦਿਆਰਥੀਓ, ਅਸੀਂ ਅੱਜ ਇਹ ਸਮਝਾਂਗੇ ਕਿ ਆਪਾਂ ਨੂੰ ਪਤਾ ਹੈ ਕਿ ਕੋਵਿਡ-19 ਦੇ ਦੌਰਾਨ ਬਹੁਤ ਲੰਬਾ ਸਮਾਂ ਸਾਡੇ ਸਕੂਲ ਬੰਦ ਰਹੇ ਨੇ, ਜਿਸ ਕਾਰਨ ਸਿਲੇਬਸ ਦੇ ਵਿੱਚੋਂ ਕੁਝ ਇੰਪੋਰਟੈਂਟ ਜਿਹੜੇ ਟੌਪਿਕਸ ਨੇ ਜਾਂ ਅਨਇੰਪੋਰਟੈਂਟ ਟੌਪਿਕ ਜੋ ਵੀ ਲੱਗੇ ਆਪਾਂ ਨੂੰ, ਉਹ ਕੱਟ ਕੀਤੇ ਗਏ ਨੇ। ਕਿਹੜੇ ਟੌਪਿਕਸ ਨੂੰ ਕੱਟ ਕੀਤਾ ਗਿਆ ਹੈ, ਇਸ ਵਾਰ ਉਹ ਕਿਹੜੇ ਟੌਪਿਕ ਨੇ ਜਿਨ੍ਹਾਂ ਦੇ ਵਿੱਚੋਂ ਫਾਈਨਲ ਐਗਜ਼ਾਮ ਦਾ ਪੇਪਰ ਨਹੀਂ ਆਣਾ, ਅਸੀਂ ਉਹਦੀ ਗੱਲ ਵੀ ਕਰਾਂਗੇ। ਤੀਸਰਾ ਜਸਵੀਰ ਸਰ, ਆਪਾਂ ਮੇਰੇ ਖਿਆਲ ਨਾਲ ਗੱਲ ਕਰਨੀ ਹੈ ਪੇਪਰ ਦੀ, ਕਿ ਅਸੀਂ ਬੱਚਿਓ ਤੁਹਾਨੂੰ ਇੱਕ ਸੈਂਪਲ ਪੇਪਰ ਦਿਖਾਵਾਂਗੇ ਕਿ ਫਾਈਨਲ ਪੇਪਰ ਜਿਹੜਾ ਤੁਹਾਡਾ ਹੋਣਾ ਆਖਿਰਕਾਰ ਉਹ ਕਿਸ ਤਰ੍ਹਾਂ ਦਾ ਪੇਪਰ ਹੋਵੇਗਾ, ਉਸ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਵੇਗੀ, ਉਹ ਆਪਾਂ ਡਿਸਕਸ ਕਰਾਂਗੇ। ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜੀ ਸਾਡੀ ਉੱਤਰ ਕਾਪੀ ਹੈ, ਅਸੀਂ ਉਸ ਉੱਤਰ ਕਾਪੀ ਨੂੰ ਕਿਵੇਂ ਭਰਨਾ ਹੈ, ਉਹਦੇ ਫਰੰਟ ਪੇਜ ਨੂੰ ਪੇਪਰ ਹੱਲ ਕਰਦੇ ਵਕਤ ਉਹ ਕਿਹੜੀਆਂ ਛੋਟੀਆਂ ਗੱਲਾਂ ਨੇ ਜਿਹਦਾ ਧਿਆਨ ਰੱਖਣਾ ਹੈ। ਜਸਵੀਰ ਸਰ, ਮੈਨੂੰ ਯਾਦ ਹੈ ਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਹਾਂਜੀ ਸਰ, ਉਸ ਵਕਤ ਕੀ ਹੁੰਦਾ ਸੀ ਕਿ ਮੈਨੂੰ ਪੇਪਰ ਕਿੰਨਾ ਆਉਂਦਾ ਜਾਂ ਕਿੰਨਾ ਨਹੀਂ ਆਉਂਦਾ, ਇਹ ਸ਼ਾਇਦ ਉਹਨਾਂ ਮਾਇਨੇ ਨਹੀਂ ਰੱਖਦਾ ਸੀ। ਮਾਇਨੇ ਇਹ ਰੱਖਦਾ ਸੀ ਕਿ ਮੈਂ ਪੇਪਰ ਕਿਸ ਤਰੀਕੇ ਨਾਲ ਕਰਕੇ ਆਇਆ। ਬਿਲਕੁਲ। ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਕਿ ਸਰ, ਮੇਰੀ ਕਲਾਸ ਦੇ ਵਿੱਚ ਬਹੁਤ ਸਾਰੇ ਮੇਰੇ ਸਾਥੀ ਐਸੇ ਹੁੰਦੇ ਸੀ ਜਿਨ੍ਹਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਮੇਰੇ ਤੋਂ ਘੱਟ ਆਉਂਦਾ ਸੀ, ਬਟ ਉਹਨਾਂ ਦੇ ਨੰਬਰ ਮੇਰੇ ਤੋਂ ਕਈ ਵਾਰ ਵੱਧ ਆ ਜਾਂਦੇ ਸੀ। ਹਾਂਜੀ ਸਰ। ਤੇ ਕਈ ਵਾਰ ਅਸੀਂ ਇਹ ਵੀ ਦੇਖਦੇ ਸੀ ਕਿ ਸਾਨੂੰ ਬਹੁਤ ਆਉਂਦਾ ਹੁੰਦਾ ਹੈ, ਜਿੰਨੀ ਅਸੀਂ ਉਮੀਦ ਰੱਖਦੇ ਹਾਂ ਪੇਪਰ ਦੇ ਵਿੱਚੋਂ ਸਾਡੇ ਮਾਰਕਸ ਘੱਟ ਜਾਂਦੇ ਨੇ। ਤਾਂ ਉਹ ਕਿਹੜੀਆਂ ਗੱਲਾਂ ਨੇ ਪਿਆਰੇ ਵਿਦਿਆਰਥੀਓ ਜਿਨ੍ਹਾਂ ਦਾ ਅਸੀਂ ਪੇਪਰ ਨੂੰ ਹੱਲ ਕਰਦੇ ਵਕਤ ਧਿਆਨ ਰੱਖਣਾ ਹੈ। ਸੋ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਾਂਗੇ। ਸੋ ਜਸਵੀਰ ਸਰ, ਕਰੀਏ ਸਟਾਰਟ ਜੀ 1 ਬਾਈ 1 ਜੀ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਲੂ ਪ੍ਰਿੰਟ ਦੀ। ਹੁਣ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਆਪਣੀ ਚੀਜ਼ ਪਤਾ ਹੋਣੀ ਚਾਹੀਦੀ ਹੈ, ਆਖਿਰਕਾਰ ਇਹ ਬਲੂ ਪ੍ਰਿੰਟ ਕੀ ਹੁੰਦਾ ਹੈ। ਤਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ, ਤੁਹਾਡੇ ਸਾਹਮਣੇ ਇੱਕ ਟੇਬਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਤੁਹਾਡੇ ਇੱਕ ਸਾਈਡ ਦੇ ਉੱਪਰ ਪਾਰਟ ਲਿਖੇ ਹੋਏ ਨੇ। ਦੂਸਰੀ ਸਾਈਡ ਤੁਸੀਂ ਉੱਪਰ ਦੇਖ ਸਕਦੇ ਹੋ 1 ਅੰਕਾਂ ਵਾਲੇ ਪ੍ਰਸ਼ਨ, 2 ਅੰਕਾਂ ਵਾਲੇ ਪ੍ਰਸ਼ਨ, 3 ਅੰਕਾਂ ਵਾਲੇ ਪ੍ਰਸ਼ਨ, 5 ਅੰਕਾਂ ਵਾਲੇ ਤੇ ਕੁੱਲ ਅੰਕ। ਇਹ ਕੀ ਹੁੰਦਾ ਹੈ ਬਲੂ ਪ੍ਰਿੰਟ, ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਬਾਰੀਕੀ ਦੇ ਨਾਲ ਸਮਝੀਏ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਸੀਂ ਦੇਖੋ, ਜੇ ਅਸੀਂ ਗੱਲ ਕਰੀਏ ਪਹਿਲੇ ਪਾਠ ਦੀ, ਤਾਂ ਜਿਹੜਾ ਸਾਡਾ ਪਹਿਲਾ ਪਾਠ ਹੈ ਉਹ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ ਦੇਖ ਸਕਦੇ ਹੋ ਤੁਸੀਂ, ਇਸ ਜਗ੍ਹਾ ਦੇ ਉੱਪਰ ਇਹ ਪਾਠ ਲਿਖਿਆ ਹੋਇਆ ਹੈ। ਇਸ ਪਾਠ ਦੇ ਵਿੱਚੋਂ ਸਭ ਤੋਂ ਪਹਿਲਾ ਪ੍ਰਸ਼ਨ ਇਹ ਹੈ ਕਿ ਸਰ 1 ਅੰਕਾਂ ਦੇ ਕਿੰਨੇ ਪ੍ਰਸ਼ਨ ਆਉਣੇ ਨੇ। ਤਾਂ ਬੱਚਿਓ ਤੁਸੀਂ ਦੇਖ ਸਕਦੇ ਹੋ, ਹਾਂਜੀ ਸਰ, ਕਿੰਨੇ ਆਣੇ ਨੇ ਜੀ? 3 ਪ੍ਰਸ਼ਨ ਆ ਰਹੇ ਨੇ ਬੱਚੇ। ਹਾਂਜੀ। ਦੂਸਰੀ ਗੱਲ ਬੇਟਾ ਧਿਆਨ ਦਿਓ ਕਿ ਪਹਿਲੇ ਪਾਠ ਦੇ ਵਿੱਚੋਂ ਜਿਹੜੇ 3 ਪ੍ਰਸ਼ਨ ਆਉਣੇ ਨੇ ਉਹ ਕਿਸ ਕਿਸਮ ਦੇ ਹੋਣਗੇ? ਬਹੁ ਵਿਕਲਪੀ ਮਤਲਬ ਇੱਕ ਤੋਂ ਵੱਧ ਆਪਸ਼ਨਾਂ ਉੱਤਰ ਸਾਨੂੰ ਦਿੱਤੇ ਹੋਣਗੇ, ਅਸੀਂ ਉਹਨਾਂ ਦੇ ਵਿੱਚੋਂ ਸਹੀ ਚੁਣਾਵ ਕਰਨਾ ਹੈ, ਸਹੀ ਚੋਣ ਕਰਨੀ ਹੈ। ਬਿਲਕੁਲ, ਮਲਟੀਪਲ ਚੋਇਸ ਕੁਐਸਚਨਸ ਜਿਨ੍ਹਾਂ ਨੂੰ ਕਹਿੰਦੇ ਆਪਾਂ। ਹਾਂ, MCQs ਵੀ ਸਰ ਆਪਾਂ ਬੋਲ ਦਿੰਦੇ ਹਾਂ। ਹਾਂਜੀ। ਦੂਸਰੀ ਪਿਆਰੇ ਵਿਦਿਆਰਥੀਓ, ਪਹਿਲੇ ਪਾਠ 'ਚੋਂ ਦੇਖ ਸਕਦੇ ਹੋ ਇੱਕ ਪ੍ਰਸ਼ਨ ਸਾਡਾ 2 ਅੰਕਾਂ ਦਾ ਵੀ ਆਉਣਾ ਹੈ। ਤਾਂ ਹੁਣ 2 ਅੰਕਾਂ ਵਾਲੇ ਪ੍ਰਸ਼ਨ ਕਿਸ ਤਰ੍ਹਾਂ ਦੇ ਹੋਣਗੇ, ਅੱਗੇ ਜਾ ਕੇ ਅਸੀਂ ਪੇਪਰ ਦੇ ਵਿੱਚ ਗੱਲ ਕਰਾਂਗੇ। ਇਸੇ ਤਰ੍ਹਾਂ ਪਹਿਲੇ ਪਾਠ ਦੇ ਵਿੱਚੋਂ ਇੱਕ ਪ੍ਰਸ਼ਨ ਸਾਡਾ 3 ਅੰਕ ਦਾ ਵੀ ਆਉਣਾ ਹੈ, ਬਟ ਇੱਕ ਚੀਜ਼ ਧਿਆਨ ਦਿਓ ਕਿ ਪਹਿਲੇ ਪਾਠ ਦੇ ਵਿੱਚੋਂ 5 ਅੰਕਾਂ ਵਾਲਾ, ਜਿਹਨੂੰ ਅਸੀਂ ਵੱਡੇ ਪ੍ਰਸ਼ਨ ਉੱਤਰ ਵੀ ਕਹਿ ਦਿੰਦੇ ਹਾਂ, ਕੋਈ ਵੀ ਨਹੀਂ ਹੈ, ਉਹ ਕੋਈ ਵੀ ਨਹੀਂ ਆਣਾ। ਹਾਂਜੀ। ਇਸ ਤਰੀਕੇ ਨਾਲ ਵਿਦਿਆਰਥੀਓ ਜਿਹੜਾ ਸਾਡਾ ਪਹਿਲਾ ਪਾਠ ਹੈ, ਇਸ ਦੇ ਕੁੱਲ ਅੰਕ ਕਿੰਨੇ ਹੋਏ? 8 ਹੋਏ। ਤਾਂ ਇਸੇ ਤਰਤੀਬ ਬਾਹਰ ਜੇ ਅਸੀਂ ਪਹਿਲਾ ਪਾਠ, ਦੂਸਰਾ ਪਾਠ, ਤੀਸਰਾ, ਚੌਥਾ, ਜਿੰਨੇ ਵੀ ਸਾਡੇ ਪਾਠ ਚੈਪਟਰਸ ਨੇ, ਸਭ ਤੋਂ ਪਹਿਲਾਂ ਬੇਟਾ ਸਾਨੂੰ ਇਸ ਬਲੂ ਪ੍ਰਿੰਟ ਨੂੰ ਆਰਾਮ ਨਾਲ ਬੈਠ ਕੇ 10-15 ਮਿੰਟ ਬੈਠ ਕੇ ਸ਼ਾਂਤੀ ਨਾਲ ਇਸ ਨੂੰ ਆਪਾਂ ਨੇ ਦੇਖਣਾ ਹੈ ਔਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਕਿ ਸਾਡੇ ਕਿਹੜੇ ਪਾਠ ਦੇ ਵਿੱਚੋਂ ਕਿੰਨੇ ਅੰਕਾਂ ਦਾ ਪੇਪਰ ਆਊਗਾ। ਜੇ ਉਹ ਪੇਪਰ ਆਊਗਾ ਉਸ ਦੇ ਵਿੱਚੋਂ ਕਿੰਨੇ 1 ਅੰਕ ਦੇ ਆਉਣੇ ਨੇ, ਕਿੰਨੇ 2 ਅੰਕ ਦੇ ਆਉਣੇ ਨੇ, ਕਿੰਨੇ 3 ਅੰਕਾਂ ਦੇ। ਤਾਂ ਪਿਆਰੇ ਵਿਦਿਆਰਥੀਓ, ਤੁਹਾਡੇ ਜਿੰਨੇ ਅਧਿਆਪਕ ਸਾਹਿਬਾਨ ਨੇ ਸਾਰਿਆਂ ਦੇ ਕੋਲੇ ਬਲੂ ਪ੍ਰਿੰਟ ਅਵੇਲੇਬਲ ਹੈ, ਤੁਸੀਂ ਉਹਨਾਂ ਤੋਂ ਮੰਗ ਸਕਦੇ ਹੋ ਸਕਦਾ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲ ਵੀ ਗਿਆ ਹੋਵੇ। ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਦਿੱਕਤ ਆਈ ਤਾਂ ਪਲੀਜ਼ ਆਪਣੇ ਅਧਿਆਪਕ ਸਾਹਿਬਾਨ ਤੋਂ ਇਹ ਬਲੂ ਪ੍ਰਿੰਟ ਜ਼ਰੂਰ ਲੈ ਕੇ ਇਸ ਨੂੰ ਡਿਸਕਸ ਕੀਤਾ ਜਾਵੇ। ਤਾਂ ਪਹਿਲੇ ਪਾਠ ਤੋਂ ਲੈ ਕੇ ਦੂਸਰਾ ਪਾਠ, ਤੀਸਰਾ ਪਾਠ, ਚੌਥਾ, ਪੰਜਵਾਂ, ਕੱਲੇ ਪਾਠ ਦੀ ਜੇ ਆਪਾਂ ਗੱਲ ਕਰੀਏ ਤਰਤੀਬ ਵਾਈਜ਼ ਵੰਡ ਇਸ ਤਰੀਕੇ ਨਾਲ ਹੀ ਹੁੰਦੀ ਹੈ। ਹੁਣ ਬਹੁਤ ਸਾਰੇ ਵਿਦਿਆਰਥੀ ਇੱਥੇ ਚੀਜ਼ ਇਹ ਵੀ ਸੋਚਦੇ ਨੇ
ਕਿ ਸਰ ਕੀ ਪੇਪਰ ਸੱਚੀ ਐਵੇਂ ਦਾ ਹੁੰਦਾ ਹੈ? ਤਾਂ ਇਸ ਦਾ ਆਨਸਰ ਹੈ ਬੇਟਾ ਹਾਂ। ਜਦੋਂ ਵੀ ਤੁਹਾਡਾ ਪੇਪਰ ਬੋਰਡ ਵੱਲੋਂ ਆਉਣਾ ਹੈ ਬਿਲਕੁਲ ਇਸੇ ਪੈਟਰਨ ਦੇ ਉੱਪਰ ਹੀ ਆਉਣਾ ਹੈ ਜੋ ਤੁਹਾਨੂੰ ਕਹਿ ਰਿਹਾ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਅਸੀਂ ਪਾਠ 7 ਦੀ ਗੱਲ ਕਰੀਏ, ਕਾਬੂ ਅਤੇ ਤਾਲਮੇਲ, ਬਿਲਕੁਲ ਇਸ ਸਾਲ ਦੇ ਲਈ ਇਹ ਸਿਲੇਬਸ ਦੇ ਵਿੱਚੋਂ ਹਟਾ ਦਿੱਤਾ ਗਿਆ। ਬਿਲਕੁਲ, ਤਾਂ ਪਾਠ 7 ਵਿਦਿਆਰਥੀਓ ਇਸ ਸਾਲ ਦੇ ਸਿਲੇਬਸ ਵਿੱਚ ਨਹੀਂ ਹੈ। ਤਾਂ ਪਾਠ 7 ਦੇ ਵਿੱਚੋਂ ਕੋਈ ਵੀ ਪ੍ਰਸ਼ਨ ਨਹੀਂ ਆਉਣਾ। ਸੋ ਸਾਨੂੰ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਪਾਠ ਦੇ ਵਿੱਚੋਂ ਕਿੰਨੇ ਅੰਕਾਂ ਦਾ ਪ੍ਰਸ਼ਨ ਆਉਣਾ ਹੈ। ਜੇ ਪ੍ਰਸ਼ਨ ਆਉਣੇ ਨੇ 1 ਅੰਕ ਦੇ, 2 ਅੰਕ ਦੇ, 3 ਅੰਕ ਦੇ, 5 ਅੰਕ ਦੇ, ਕਿਸ ਤਰ੍ਹਾਂ ਦੇ ਪ੍ਰਸ਼ਨ ਆਉਣੇ ਨੇ। ਇਸੇ ਤਰੀਕੇ ਨਾਲ ਕਿਹੜੇ ਪਾਠ ਨੇ ਜਿਹੜੇ ਸਾਲ ਸਿਲੇਬਸ 'ਚ ਹੀ ਹੈ ਨਹੀਂ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਬਲੂ ਪ੍ਰਿੰਟ ਦੀ। ਇਸ ਬਲੂ ਪ੍ਰਿੰਟ ਨੂੰ ਕਿਵੇਂ ਪੜ੍ਹਨਾ ਹੈ ਮੈਂ ਤੁਹਾਨੂੰ ਇੱਕ ਚੈਪਟਰ ਦੀ ਉਦਾਹਰਨ ਦੇ ਕੇ ਸਮਝਾਤਾ। ਤਾਂ ਜਸਵੀਰ ਸਰ ਕੁਝ ਇਸ ਐਡ ਆਨ ਕਰਨਾ ਚਾਹ ਰਹੇ ਹੋ ਤਾਂ ਪਲੀਜ਼। ਹਾਂਜੀ ਪਿਆਰੇ ਵਿਦਿਆਰਥੀਓ, ਜਿਵੇਂ ਕਿ ਆਪਾਂ ਦੇਖਿਆ ਵੀ 7th ਚੈਪਟਰ ਹੈ ਜਿਹੜਾ ਸਾਡਾ 7ਵਾਂ ਪਾਠ ਆ ਜਿਹੜਾ ਕਾਬੂ ਅਤੇ ਤਾਲਮੇਲ ਇਸ ਵਾਰ ਸਿਲੇਬਸ ਦੇ ਵਿੱਚ ਨਹੀਂ ਹੈ। ਤੇ ਇਸੇ ਤਰ੍ਹਾਂ 2 ਹੋਰ ਪਾਠ ਨੇ, ਪਾਠ ਨੰਬਰ 14 ਊਰਜਾ ਦੇ ਸੋਮੇ ਅਤੇ ਪਾਠ ਨੰਬਰ 16 ਕੁਦਰਤੀ ਸਾਧਨਾਂ ਦਾ ਪ੍ਰਬੰਧਨ। ਕੁੱਲ ਮਿਲਾ ਕੇ 3 ਪਾਠ ਨੰਬਰ 7, ਪਾਠ ਨੰਬਰ 14 ਤੇ ਪਾਠ ਨੰਬਰ 16 ਇਹ ਜਿਹੜੇ ਨੇ 3 ਪਾਠ ਇਸ ਵਾਰ ਦੇ ਸਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਬਿਲਕੁਲ ਪਿਆਰੇ ਵਿਦਿਆਰਥੀਓ, ਦੂਸਰੀ ਚੀਜ਼ ਇੱਕ ਇੱਥੇ ਹੋਰ ਦੇਖੋ ਕਿ ਜਿਹੜੇ ਸਾਡੇ ਪੇਪਰ ਦੇ ਵਿੱਚ ਕੁੱਲ ਪ੍ਰਸ਼ਨ ਆਉਣੇ ਨੇ ਉਹ ਕਿਵੇਂ ਦੇ ਆਉਣੇ ਨੇ। ਤਾਂ ਵਿਦਿਆਰਥੀਓ 30 ਪ੍ਰਸ਼ਨ ਸਾਡੇ 1 ਅੰਕਾਂ ਵਾਲੇ ਆਉਣੇ ਨੇ, 10 ਪ੍ਰਸ਼ਨ ਸਾਡੇ 2 ਅੰਕਾਂ ਵਾਲੇ ਆਉਣੇ ਨੇ ਤੇ 3 ਪ੍ਰਸ਼ਨ ਸਾਡੇ 5 ਅੰਕਾਂ ਦੇ ਆਉਣੇ ਨੇ। ਆਪਣੇ 5 ਪ੍ਰਸ਼ਨ 3 ਅੰਕਾਂ ਦੇ ਆਉਣੇ ਨੇ ਔਰ ਜਿਹੜੇ 3 ਪ੍ਰਸ਼ਨ ਨੇ ਉਹ 5 ਅੰਕਾਂ ਦੇ ਆਉਣੇ ਨੇ। ਇਸ ਤਰੀਕੇ ਨਾਲ ਸਾਡਾ ਜਿਹੜਾ ਪੇਪਰ ਹੈ ਉਹ ਕੁੱਲ ਕਿੰਨੇ ਅੰਕ ਦਾ ਹੋਊਗਾ? 80 ਅੰਕ ਦਾ ਪੇਪਰ ਹੋਊਗਾ। ਇਸ ਤੋਂ ਬਾਅਦ ਅਸੀਂ ਪੇਪਰ ਦੀ ਗੱਲ ਵੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀਓ ਇਸ ਬਲੂ ਪ੍ਰਿੰਟ ਨੂੰ ਆਰਾਮ ਨਾਲ ਬੈਠ ਕੇ ਚੰਗੀ ਤਰ੍ਹਾਂ ਸਮਝੋ ਤੇ ਆਪਣੀ ਤਿਆਰੀ ਅਸੀਂ ਇਸ ਬਲੂ ਪ੍ਰਿੰਟ ਦੇ ਹਿਸਾਬ ਨਾਲ ਹੀ ਕਰਨੀ ਹੈ ਜੀ। ਦੂਸਰੀ ਚੀਜ਼ ਜਿਹੜੀ ਬੇਟਾ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ, ਜਿਵੇਂ ਜਸਵੀਰ ਸਰ ਨੇ ਪਹਿਲਾਂ ਆਪਾਂ ਨੂੰ ਕਿਹਾ ਵੀ ਹੈ, ਤੁਹਾਨੂੰ ਅਧਿਆਪਕ ਸਾਹਿਬਾਨਾਂ ਨੇ ਨੋਟ ਵੀ ਕਰਵਾ ਦਿੱਤਾ ਹੋਣਾ, ਜਿਹੜੇ ਸਾਡੇ 3 ਪਾਠ ਨੇ ਇਸ ਸਾਲ ਦੇ ਵਿੱਚ ਪਾਠ 7, ਇਸੇ ਤਰ੍ਹਾਂ ਨਾਲ ਪਾਠ 14, ਇਸੇ ਤਰੀਕੇ ਨਾਲ ਬੇਟਾ ਪਾਠ 16 ਇਹ ਇਸ ਸਾਲ ਆਪਣੇ ਸਾਇੰਸ ਦੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਪੂਰੇ ਦੇ ਪੂਰੇ ਅਧਿਆਏ ਨੂੰ ਕੱਟ ਦਿੱਤਾ ਗਿਆ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ 3 ਚੈਪਟਰਸ ਨੂੰ ਇਸ ਸਾਲ ਅਸੀਂ ਨਹੀਂ ਪੜ੍ਹਨਾ ਜੀ। ਇਸ ਤੋਂ ਅਗਲੀ ਗੱਲ, ਸਾਡੇ ਕੋਲੇ ਪੜਨ ਦੇ ਲਈ ਹੁਣ 13 ਚੈਪਟਰ 13 ਪਾਠ ਜਿਹੜੇ ਨੇ ਬਚ ਜਾਂਦੇ ਨੇ। ਬਿਲਕੁਲ, ਤਾਂ 16 ਦੇ ਵਿੱਚੋਂ 3 ਪਾਠ ਕੱਟ ਦਿੱਤੇ ਗਏ ਨੇ। 13 ਪਾਠ ਬੇਟਾ ਸਾਡੇ ਕੋਲ ਹਾਲੇ ਵੀ ਨੇ ਜਿਹੜੇ ਅਸੀਂ ਪੜ੍ਹ ਕੇ ਤਿਆਰ ਕਰਨੇ ਨੇ, ਬਟ ਉਹਨਾਂ ਦੇ ਵਿੱਚੋਂ ਵੀ ਕੁਝ ਚੁਣਿੰਦਾ ਟੌਪਿਕ ਸਰ ਕੱਟੇ ਗਏ ਨੇ। ਕੁਝ ਪਾਠ ਇਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਅਸੀਂ ਕੁਝ ਚੋਣਵੇਂ ਜਿਹੜੇ ਟੌਪਿਕਸ ਨੇ ਉਹ ਹਟਾਏ ਗਏ ਨੇ ਇਸ ਸਾਲ ਦੇ ਸਿਲੇਬਸ ਦੇ ਵਿੱਚੋਂ। ਉਹਨਾਂ ਦੇ ਬਾਰੇ ਵੀ ਆਪਾਂ ਪਿਆਰੇ ਵਿਦਿਆਰਥੀਓ ਜਾਣਕਾਰੀ ਲੈਣੇ ਆ। ਹਾਂਜੀ ਸਰ, ਇੱਕ ਇੱਕ ਕਰਕੇ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਅਸੀਂ ਗੱਲ ਕਰੀਏ ਪਾਠ 3 ਧਾਤਾਂ ਅਤੇ ਅਧਾਤਾਂ, ਦੇਖੋ ਇਹ ਪੂਰੇ ਦਾ ਪੂਰਾ ਪਾਠ ਸਿਲੇਬਸ ਚੋਂ ਨਹੀਂ ਕੱਟਿਆ ਗਿਆ, ਬਟ ਇਹਦੇ ਵਿੱਚੋਂ ਕੁਝ ਟੌਪਿਕ ਜਿਵੇਂ ਧਾਤਾਂ ਦਾ ਨਿਸ਼ਕਰਸ਼ਣ, ਇਸੇ ਤਰ੍ਹਾਂ ਬੇਟਾ ਖੋਰ ਜਾਂ ਖੋਰਨ ਨੂੰ ਵੀ ਬੋਲ ਦਿੰਦੇ ਨੇ, ਉਸ ਤੋਂ ਸੁਰੱਖਿਆ ਕਿਵੇਂ ਕਰਨੀ ਹੈ। ਇਸੇ ਤਰੀਕੇ ਨਾਲ ਜਿਹੜਾ ਸਾਡਾ ਪਾਠ 4 ਹੈ ਕਾਰਬਨ ਅਤੇ ਉਸਦੇ ਯੌਗਿਕ, ਉਹਦੇ ਵਿੱਚੋਂ ਜਿਹੜੇ ਟੌਪਿਕ ਕੱਟੇ ਗਏ ਨੇ ਜਿਵੇਂ ਕਾਰਬਨ ਯੌਗਿਕਾਂ ਦਾ ਨਾਮਕਰਨ, ਇਸੇ ਤਰੀਕੇ ਨਾਲ ਬਾਕੀ ਟੌਪਿਕ ਤੁਸੀਂ ਦੇਖ ਸਕਦੇ ਹੋ। ਤਾਂ ਪਿਆਰੇ ਵਿਦਿਆਰਥੀਓ, ਜਿਹੜੇ ਟੌਪਿਕ ਇਸ ਸਾਲ ਦੇ ਸਿਲੇਬਸ ਦੇ ਵਿੱਚੋਂ ਕੱਟ ਦਿੱਤੇ ਗਏ ਨੇ ਇਹਨਾਂ ਦੇ ਉੱਪਰ ਅਸੀਂ 1 ਮਿੰਟ ਵੀ ਵੇਸਟ ਨਹੀਂ ਕਰਨਾ। ਸੋ ਇਹ ਗੱਲ ਬਹੁਤ ਧਿਆਨ ਨਾਲ ਸਮਝ ਲੈਣੀ ਹੈ ਕਿ ਇਹਨਾਂ ਟੌਪਿਕਸ ਦੇ ਵਿੱਚੋਂ ਇਸ ਸਾਲ ਸਾਡੇ ਫਾਈਨਲ ਐਗਜ਼ਾਮ ਦੇ ਵਿੱਚ ਕੋਈ ਵੀ ਪ੍ਰਸ਼ਨ ਨਹੀਂ ਆਉਣਾ। ਇਸੇ ਤਰ੍ਹਾਂ ਇੱਕ ਜਿਹੜਾ ਆਪਣਾ ਪਾਰਟ ਨੰਬਰ 9 ਹੈ ਉਸ ਦੇ ਵਿੱਚ ਇੱਕ ਟੌਪਿਕ ਹੈ ਵਿਕਾਸ। ਤਾਂ ਪਿਆਰੇ ਵਿਦਿਆਰਥੀਓ, ਆਪਣੀਆਂ ਕਾਪੀਆਂ ਦੇ ਉੱਪਰ ਬੇਟਾ ਨੋਟ ਡਾਊਨ ਕਰ ਲਿਓ। ਇਹਨਾਂ ਟੌਪਿਕਸ ਦੇ ਉੱਪਰ ਤੁਸੀਂ ਆਪਣਾ 1 ਮਿੰਟ ਵੀ ਵੇਸਟ ਨਹੀਂ ਕਰਨਾ। ਆਪਣੇ ਕੋਲ ਇਸ ਤੋਂ ਇਲਾਵਾ ਬਹੁਤ ਸਾਰਾ ਇੰਪੋਰਟੈਂਟ ਸਿਲੇਬਸ ਹਾਲੇ ਪੜ੍ਹਨ ਵਾਲਾ ਪਿਆ। ਸੋ ਇਹ ਉਹ ਸਿਲੇਬਸ, ਉਹ ਚੁਣਿੰਦਾ ਚੈਪਟਰ ਜਿਹਦੇ ਵਿੱਚੋਂ ਕੁਝ ਚੁਣਿੰਦਾ ਟੌਪਿਕ ਹੀ ਕੱਟੇ ਗਏ ਨੇ। ਨੈਕਸਟ ਸਰ, ਇਸੇ ਤਰ੍ਹਾਂ ਨਾਲ ਬੇਟਾ ਪਾਠ 10 ਦੇ ਵਿੱਚੋਂ ਗੋਲਾਕਾਰ ਦਰਪਣ ਅਤੇ ਲੈਂਸ ਦੇ ਉਪਯੋਗ, ਇਸ ਤਰ੍ਹਾਂ ਪਾਠ 11 ਦੇ ਵਿੱਚੋਂ, ਪਾਠ 13 ਦੇ ਵਿੱਚੋਂ। ਤਾਂ ਬੇਟਾ ਉਹ ਚੈਪਟਰ ਨੇ, ਉਹ ਪਾਠ ਨੇ ਜਿਹੜੇ ਪੂਰੇ ਤੌਰ ਤੇ ਨਹੀਂ ਕੱਟੇ ਗਏ, ਪੂਰਨ ਤੌਰ ਤੇ ਸਿਲੇਬਸ ਚੋਂ ਨਹੀਂ ਹਟਾਏ ਗਏ, ਬਟ ਉਹਨਾਂ ਦੇ ਵਿੱਚੋਂ ਕੁਝ ਟੌਪਿਕ ਹਟਾ ਦਿੱਤੇ ਗਏ ਨੇ। ਜਿਵੇਂ ਮਨੁੱਖੀ ਅੱਖ ਦੇ ਵਿੱਚੋਂ ਦੇਖ ਸਕਦੇ ਹੋ ਦ੍ਰਿਸ਼ਟੀ ਦੋਸ਼ ਜਾਂ ਇਹਨਾਂ ਦੇ ਸੁਧਾਰ ਦੇ ਉੱਪਰ ਇਸ ਸਾਲ ਕੋਈ ਵੀ ਪ੍ਰਸ਼ਨ ਨਹੀਂ ਆਉਣਾ। ਇਸੇ ਤਰ੍ਹਾਂ ਪਾਠ 13 ਦੇ ਵਿੱਚੋਂ ਬਿਜਲੀ ਜਨਰੇਟਰ ਹੋ ਗਿਆ, ਸਿੱਧੀ ਤਾਰਾ ਹੋ ਗਈ, ਪਰਤਮੀ ਤਾਰਾ, ਜਾਂ ਇਹ ਜਿੰਨੇ ਵੀ ਟੌਪਿਕ ਤੁਹਾਨੂੰ ਇੱਥੇ ਨਜ਼ਰ ਆ ਰਹੇ ਨੇ। ਤਾਂ ਬੇਟਾ ਇਸ ਚੀਜ਼ ਨੂੰ ਬਹੁਤ ਇੰਪੋਰਟੈਂਟ, ਕਈ ਵਾਰ ਸਰ ਇਹ ਹੁੰਦਾ ਹੈ ਕਿ ਬੱਚੇ ਨੂੰ ਜਾਣਕਾਰੀ ਨਾ ਹੋਣ ਕਰਕੇ ਬੱਚੇ ਇਹਨਾਂ ਨੂੰ ਪੜ੍ਹਦੇ ਰਹਿੰਦੇ ਨੇ। ਹਾਂਜੀ, ਤੇ ਉਹ ਕਹਿੰਦੇ ਨੇ ਸਰ ਪੇਪਰ 'ਚੋਂ ਕੁਝ ਵੀ ਨਹੀਂ ਆਇਆ। ਤਾਂ ਪਲੀਜ਼ ਪਿਆਰੇ ਵਿਦਿਆਰਥੀਓ, ਇਸ ਚੀਜ਼ ਨੂੰ ਅਤੀ ਗੰਭੀਰਤਾ ਨਾਲ ਲਿਓ। ਕਿਹੜੇ ਟੌਪਿਕਸ ਨੇ ਜਿਹੜੇ ਸਾਡੇ ਇਸ ਸਾਲ ਸਿਲੇਬਸ ਦੇ ਵਿੱਚੋਂ ਕੱਟ ਦਿੱਤੇ ਗਏ ਨੇ। ਨੈਕਸਟ ਸਰ, ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਪੇਪਰ ਆਣਾ ਹੈ ਆਖਿਰਕਾਰ ਉਹ ਕਿਸ ਕਿਸ ਤਰੀਕੇ ਦਾ ਹੋਊਗਾ। ਤਾਂ ਪਿਆਰੇ ਵਿਦਿਆਰਥੀਓ, ਇਸ ਵਾਰ ਤੁਹਾਡਾ ਜਿਹੜਾ 10ਵੀਂ ਦਾ ਬੋਰਡ ਦਾ ਐਗਜ਼ਾਮ ਹੋਣਾ ਹੈ ਉਹ ਕੁਝ ਹੂ ਇਸੇ ਤਰ੍ਹਾਂ ਦਾ ਹੋਊਗਾ ਜੋ ਆਪ ਜੀ ਦੇ ਸਾਹਮਣੇ ਹੈ। ਹਾਂਜੀ, ਮੋਟੇ ਰੂਪ ਦੇ ਵਿੱਚ ਪਿਆਰੇ ਵਿਦਿਆਰਥੀਓ ਜੇ ਆਪਾਂ ਦੇਖੀਏ ਤਾਂ ਸਾਡੇ ਕੋਲੇ ਪ੍ਰਸ਼ਨ ਪੱਤਰ ਦੇ ਵਿੱਚ ਟੋਟਲ ਜਿਹੜੇ ਨੇ 19 ਪ੍ਰਸ਼ਨ ਹੋਣਗੇ।
ਤੇ ਇਹਨਾਂ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੋ। ਭਾਗ ਊੜਾ, ਆੜਾ, ਈੜੀ ਅਤੇ ਸੱਸਾ। ਭਾਗ ਊੜੇ ਦੇ ਵਿੱਚ ਹਰੇਕ ਪ੍ਰਸ਼ਨ ਦਾ ਜਿਹੜਾ ਹੈਗਾ 1 ਅੰਕ ਹੋਊਗਾ। ਭਾਗ ਆੜੇ ਦੇ ਵਿੱਚ ਜਿੰਨੇ ਵੀ ਪ੍ਰਸ਼ਨ ਹੋਣਗੇ ਉਹਨਾਂ ਦਾ ਹਰ ਇੱਕ ਪ੍ਰਸ਼ਨ ਦੇ 2 ਅੰਕ ਹੋਣਗੇ। ਭਾਗ ਈੜੀ ਦੇ ਵਿੱਚ ਇਸੇ ਤਰ੍ਹਾਂ 3 ਅੰਕਾਂ ਵਾਲੇ ਪ੍ਰਸ਼ਨ ਹੋਣਗੇ ਤੇ ਭਾਗ ਸੱਸੇ ਦੇ ਵਿੱਚ 5 ਅੰਕਾਂ ਵਾਲੇ ਪ੍ਰਸ਼ਨ ਹੋਣਗੇ। ਬਿਲਕੁਲ। ਔਰ ਪਿਆਰੇ ਵਿਦਿਆਰਥੀਓ, ਇੱਕ ਚੀਜ਼ ਇਹ ਹੈ ਕਿ ਜਿਹੜਾ ਸਾਡਾ ਇਸ ਵਾਰ ਕੁੱਲ ਪੇਪਰ ਹੋਊਗਾ ਉਹ 80 ਅੰਕਾਂ ਦਾ ਹੋਊਗਾ, 80 ਨੰਬਰਾਂ ਦਾ ਹੋਊਗਾ ਤੇ ਸਾਨੂੰ ਇਸ ਲਈ ਜਿਹੜਾ ਟਾਈਮ ਮਿਲਣਾ ਹੈ ਉਹ 3 ਘੰਟੇ ਹੀ ਮਿਲਣਾ ਹੈ। ਤੇ ਅਸੀਂ ਮੋٹے ਤੌਰ ਤੇ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਹੈ ਬੇਟਾ ਭਾਗ ਊੜਾ, ਜਿਸ ਦੇ ਕੁੱਲ ਅੰਕ ਕਿੰਨੇ ਨੇ, ਜਿਵੇਂ ਜਸਵੀਰ ਸਰ ਤੁਹਾਨੂੰ ਦੱਸ ਕੇ ਹਟੇ ਨੇ ਕਿ ਇਸ ਦੇ ਕੁੱਲ 30 ਅੰਕ ਨੇ ਜੀ। ਤੁਸੀਂ ਦੇਖ ਸਕਦੇ ਹੋ ਇਸ ਦੇ ਅੰਦਰ ਜਿੰਨੇ ਵੀ ਪ੍ਰਸ਼ਨ ਆਏ ਨੇ ਸਾਰਿਆਂ ਦੇ ਉੱਤਰ ਦੇ ਵਿੱਚ 4 ਆਪਸ਼ਨ ਦਿੱਤੀਆਂ ਨੇ। ਮਲਟੀਪਲ ਚੁਆਇਸ ਕੁਐਸਚਨ, MCQ, ਬਹੁ ਵਿਕਲਪੀ ਪ੍ਰਸ਼ਨ। ਤਾਂ ਆਪਾਂ ਬੇਟਾ ਕੀ ਕਰਨਾ ਹੈ, ਮੰਨ ਕੇ ਚਲੋ ਤੁਹਾਡਾ ਇਹ ਪਹਿਲਾ ਪ੍ਰਸ਼ਨ ਹੈ। ਪ੍ਰਸ਼ਨ ਤੁਸੀਂ ਦੇਖ ਸਕਦੇ ਹੋ, ਇਹ ਤੁਹਾਡੇ ਸਾਹਮਣੇ ਸਕਰੀਨ ਤੇ ਨਜ਼ਰ ਆ ਰਿਹਾ ਹੈ। ਇਸੇ ਨੀਚੇ 4 ਆਪਸ਼ਨਸ ਪਈਆਂ ਨੇ। ਅਸੀਂ ਬੇਟਾ ਕੀ ਕਰਨਾ, ਇਹਨਾਂ ਚਾਰਾਂ ਦੇ ਵਿੱਚੋਂ ਆਪਣੇ ਜਿਹੜੇ ਸਹੀ ਆਨਸਰ ਨੇ ਪਹਿਲਾਂ ਪੜ੍ਹ ਕੇ ਉਹ ਦੇਖਣੇ ਨੇ, ਫਿਰ ਟਿਕ ਲਾਉਣੀ ਹੈ A ਤੇ B ਸਹੀ ਹੈ, A ਤੇ C ਸਹੀ ਹੈ, A, B ਅਤੇ C ਸਹੀ ਨੇ ਜਾਂ ਸਾਰੇ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਗੱਲ ਹੋਰ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਦੱਸਣੀ ਚਾਹੁੰਦਾ ਵੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਭਾਗ ਊੜੇ ਦੇ ਵਿੱਚ ਜਿਹੜਾ ਪ੍ਰਸ਼ਨ ਆ ਉਸ ਦੇ ਅੱਗੇ 30 ਭਾਗ ਨੇ। ਤਾਂ ਪਿਆਰੇ ਵਿਦਿਆਰਥੀਓ, ਕਈ ਵਾਰ ਸਾਨੂੰ ਹਰ ਇੱਕ ਪ੍ਰਸ਼ਨ ਨੂੰ ਉੱਤਰ ਪੱਤਰੀ ਦੇ ਉੱਪਰ ਲਿਖਣ ਦੀ ਆਦਤ ਹੁੰਦੀ ਆ। ਤਾਂ ਮੈਂ ਇੱਥੇ ਇਹ ਸਲਾਹ ਦੇਣੀ ਚਾਹੂੰਗਾ ਵੀ ਸਿਰਫ ਅਸੀਂ ਭਾਗ ਊੜਾ ਪ੍ਰਸ਼ਨ ਨੰਬਰ 1 ਉਸ ਦਾ ਅਗਲਾ ਭਾਗ ਜਿਹੜਾ ਹੈਗਾ, ਪਹਿਲਾ ਭਾਗ ਆ ਗਿਆ ਪ੍ਰਸ਼ਨ ਦਾ, ਤਾਂ ਉਸ ਦਾ ਸਿਰਫ ਅਸੀਂ ਸਹੀ ਉੱਤਰ ਹੀ ਉੱਥੇ ਇੰਦਰਾਜ਼ ਕਰ ਦਈਏ, ਉੱਥੇ ਲਿਖ ਦਈਏ। ਬਿਲਕੁਲ। ਤਾਂ ਸਾਡਾ ਸਮਾਂ ਵੀ ਬਚੂ। ਹਾਂ ਬਿਲਕੁਲ। ਅਸੀਂ ਵਿਦਿਆਰਥੀਓ ਪੂਰਾ ਪ੍ਰਸ਼ਨ ਜਾਂ ਇਹ ਕਾਪੀ ਤੇ ਨਹੀਂ ਉਤਾਰਨਾ, ਉੱਤਰ ਕਾਪੀ ਤੇ। ਉੱਤਰ ਕਾਪੀ ਤੇ ਜੋ ਸਾਡਾ ਸਹੀ ਉੱਤਰ ਹੈ, ਮੰਨ ਲਓ ਵੀ ਕਿਸੇ ਪ੍ਰਸ਼ਨ ਦਾ ਉੱਤਰ ਊੜਾ ਭਾਗ ਹੈ, ਸੰਯੋਜਨ ਕਰਿਆ, ਤਾਂ ਅਸੀਂ ਉੱਥੇ ਕੀ ਲਿਖਣਾ ਹੈ? ਸਭ ਤੋਂ ਪਹਿਲਾਂ ਇਸ ਦਾ ਆਨਸਰ ਹੈ ਜੀ ਊੜਾ, ਤੇ ਫਿਰ ਬਰਾਬਰ ਆਨਸਰ ਵੀ ਲਿਖਣਾ ਹੈ ਸੰਯੋਜਨ ਕਿਰਿਆ। ਸਾਰਾ ਪ੍ਰਸ਼ਨ ਅਸੀਂ ਉੱਤਰ ਕਾਪੀ ਤੇ ਨਹੀਂ ਉਤਾਰਨਾ ਕਿਉਂਕਿ ਸਾਡਾ ਟਾਈਮ ਬਹੁਤ ਵੇਸਟ ਹੋ ਜਾਣਾ, ਉਸ ਦਾ ਫਾਇਦਾ ਸਾਨੂੰ ਕੋਈ ਵੀ ਨਹੀਂ ਹੋਣਾ। ਤਾਂ ਜੋ ਸਾਡਾ ਰਾਈਟ ਆਨਸਰ ਹੈ ਅਸੀਂ ਉਹੀ ਉੱਤਰ ਕਾਪੀ ਤੇ ਲਿਖਣਾ ਹੈ। ਸੋ ਇਹ ਗੱਲ ਬਹੁਤ ਧਿਆਨ ਰੱਖਿਓ। ਨੈਕਸਟ ਸਰ ਪਲੀਜ਼। ਤੁਸੀਂ ਵਿਦਿਆਰਥੀਓ ਪੇਪਰ ਦੇਖ ਸਕਦੇ ਹੋ, ਜਿਹੜੇ ਤੁਹਾਡੇ ਪਹਿਲੇ 30 ਪ੍ਰਸ਼ਨ ਨੇ ਉਹ ਸਾਰੇ ਦੇ ਸਾਰੇ ਕਿਵੇਂ ਦੇ ਨੇ? MCQ ਟਾਈਪ ਨੇ। ਇੱਕ ਹੋਰ ਇੱਥੇ ਧਿਆਨ ਦੇਣ ਯੋਗ ਗੱਲ ਆ ਬੇਟਾ, ਜਦੋਂ ਇਹ ਅਸੀਂ ਪਹਿਲੇ ਪ੍ਰਸ਼ਨ ਦੇ ਭਾਗ ਦੇਖ ਰਹੇ ਹਾਂ ਤਾਂ ਇਹਨਾਂ ਦੀ ਜਿਹੜੀ ਨੰਬਰਿੰਗ ਆ ਉਹ ਰੋਮਨ ਅੱਖਰਾਂ ਦੇ ਵਿੱਚ ਕੀਤੀ ਹੋਈ ਆ। ਤਾਂ ਇਸ ਚੀਜ਼ ਤੇ ਖਾਸ ਧਿਆਨ ਦੇਣਾ ਜਦੋਂ ਅਸੀਂ ਆਪਣਾ ਉੱਤਰ ਪੱਤਰੀ ਨੂੰ ਹੱਲ ਕਰਨਾ। ਉੱਤਰ ਉਦੋਂ ਹੀ ਸਹੀ ਚੈੱਕ ਕਰਨ ਵਾਲੇ ਅਧਿਆਪਕ ਵੱਲੋਂ ਸਹੀ ਦਿੱਤਾ ਜਾਊਗਾ ਜਦੋਂ ਅਸੀਂ ਇਹਨਾਂ ਦੀ ਜਿਹੜੀ ਲੜੀ ਆ ਉਹ ਰੋਮਨ ਅੱਖਰਾਂ ਦੇ ਵਿੱਚ ਹੀ ਰੱਖਾਂਗੇ। ਬਿਲਕੁਲ। ਪਿਆਰੇ ਵਿਦਿਆਰਥੀਓ ਦੇਖ ਸਕਦੇ ਹੋ ਮੈਂ ਸਕਰੀਨ ਦੇ ਉੱਪਰ ਰੈੱਡ ਕਲਰ ਦੇ ਨਾਲ ਸਰਕਲ ਮਾਰੇ ਨੇ, ਤਾਂ ਕਿਤੇ ਵੀ 20 ਨਹੀਂ ਲਿਖਿਆ, ਉੱਥੇ ਰੋਮਨ ਅੱਖਰਾਂ ਦੇ ਵਿੱਚ 20 ਲਿਖਿਆ ਹੋਇਆ ਹੈ। ਤਾਂ ਜਦੋਂ ਵੀ ਤੁਸੀਂ ਆਪਣਾ ਉੱਤਰ ਕਾਪੀ ਦੇ ਉੱਪਰ ਉੱਤਰ ਦੇਣਾ ਹੈ ਤਾਂ ਰੋਮਨ ਅੱਖਰਾਂ ਦੇ ਵਿੱਚ ਧਿਆਨ ਰੱਖਣਾ ਜ਼ਰੂਰ ਕਿ ਜੋ ਤੁਹਾਡਾ ਪੇਪਰ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਸੇਮ ਉਹੀ ਨੰਬਰ ਤੁਹਾਡਾ ਉੱਤਰ ਕਾਪੀ ਦੇ ਉੱਪਰ ਵੀ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਸਰ ਨੈਕਸਟ ਪਲੀਜ਼। ਤਾਂ ਵਿਦਿਆਰਥੀਓ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਪਹਿਲੇ 30 ਪ੍ਰਸ਼ਨ ਨੇ, ਤਾਂ ਜਿਹੜੇ ਸਾਡੇ ਪਹਿਲੇ 30 ਪ੍ਰਸ਼ਨ ਨੇ ਉਹ ਕਿਸ ਤਰ੍ਹਾਂ ਦੇ ਨੇ? ਸਾਰੇ MCQ ਟਾਈਪ ਨੇ। ਹਾਂਜੀ। ਬਹੁ ਵਿਕਲਪੀ ਪ੍ਰਸ਼ਨ ਜਿਹਨਾਂ ਨੂੰ ਆਪਾਂ ਬੋਲਦੇ ਹਾਂ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ ਜਿਹੜਾ ਸਾਡਾ ਭਾਗ ਊੜਾ ਹੈ, ਇਸ ਦੇ ਜਿਹੜੇ ਕੁੱਲ ਅੰਕ ਨੇ ਉਹ 20 ਨੇ। ਹੁਣ ਤੁਹਾਨੂੰ ਯਾਦ ਹੀ ਹੋਣਾ, ਜਸਵੀਰ ਸਰ ਨੇ ਪਹਿਲਾਂ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਕਿ ਜਿਹੜਾ ਸਾਡਾ ਭਾਗ ਆੜਾ ਹੈ ਉਸ ਦੇ ਵਿੱਚ ਸਾਰੇ ਪ੍ਰਸ਼ਨ ਕਿੰਨੇ ਅੰਕਾਂ ਦੇ ਹੋਣਗੇ? 2 ਅੰਕਾਂ ਦੇ ਹੋਣਗੇ। ਹੁਣ ਕੁੱਲ 20 ਅੰਕ ਨੇ, ਇਹਦਾ ਮਤਲਬ ਕਿੰਨੇ ਪ੍ਰਸ਼ਨ ਆਉਣੇ ਨੇ? ਤਾਂ ਆਪਾਂ ਨੂੰ ਟੋਟਲ 10 ਪ੍ਰਸ਼ਨ ਆਉਣੇ ਨੇ 2 ਅੰਕਾਂ ਦੇ। ਤਾਂ 10 ਦੂਣਾ 20, ਟੋਟਲ 20 ਅੰਕ ਹੋਣਗੇ। ਪਿਆਰੇ ਵਿਦਿਆਰਥੀ, ਇੱਕ ਚੀਜ਼ ਜਿਹੜੀ ਹੋਰ ਬਹੁਤ ਧਿਆਨ ਦੇਣ ਯੋਗ ਹੈ, ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡਾ 6ਵਾਂ ਪ੍ਰਸ਼ਨ ਹੈ। ਹੁਣ 6ਵੇਂ ਪ੍ਰਸ਼ਨ ਦੇ ਵਿੱਚ ਕੀ ਹੈ ਕਿ ਇੱਕ ਡਾਇਗਰਾਮ, ਇੱਕ ਫੋਟੋ, ਇੱਕ ਪਿਕਚਰ ਬਣੀ ਹੋਈ ਹੈ ਤੇ ਉਸ ਦੇ ਉੱਪਰ ਨਾ 2 ਜਗ੍ਹਾ ਤੇ ਲਿਖਿਆ ਹੋਇਆ ਹੈ 1 ਅਤੇ 2। ਹੁਣ ਕਈ ਵਿਦਿਆਰਥੀ ਕੀ ਕਰਦੇ ਨੇ ਕਿ ਆਪਣੀ ਉੱਤਰ ਕਾਪੀ ਦੇ ਉੱਪਰ ਇਹ ਪੂਰੀ ਦੀ ਪੂਰੀ ਡਾਇਗਰਾਮ ਹੀ ਬਣਾਉਣ ਲੱਗ ਜਾਂਦੇ ਨੇ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਡਾਇਗਰਾਮ ਨਹੀਂ ਬਣਾਉਣੀ ਹੁੰਦੀ। ਅਸੀਂ ਕੀ ਲਿਖਣਾ ਹੁੰਦਾ ਹੈ? ਸਭ ਤੋਂ ਪਹਿਲਾਂ ਜੋ ਵੀ ਸਾਡਾ ਉੱਤਰ ਹੈ, ਮੰਨ ਲਓ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ, ਇਹ ਹੈ ਜੀ ਉੱਤਰ। ਉੱਤਰ ਦੇ ਵਿੱਚ ਦੇਖੋ ਪਹਿਲਾ ਤੇ ਦੂਸਰਾ 2 ਖਾਲੀ ਥਾਵਾਂ ਨੇ ਨਾ, ਆ ਦੇਖ ਸਕਦੇ ਹੋ ਪਹਿਲੀ ਤੇ ਦੂਸਰੀ। ਹੁਣ ਇਹ ਕਿਹੜੇ ਪ੍ਰਸ਼ਨ ਦਾ ਉੱਤਰ ਹੈ? ਇਹ 6ਵੇਂ ਪ੍ਰਸ਼ਨ ਦਾ ਉੱਤਰ ਹੈ। ਤਾਂ ਉੱਤਰ 6 ਇੱਥੇ ਲਿਖ ਦੇਣਾ ਆਪਾਂ ਨੇ। ਆ ਜਿਹੜੀ ਪਹਿਲੀ ਖਾਲੀ ਥਾਂ ਹੈ, ਜੋ ਵੀ ਇਹਦਾ ਆਨਸਰ ਹੈ ਉਹ ਇੱਥੇ ਲਿਖਾਂਗੇ ਆਪਾਂ। ਇਸੇ ਤਰ੍ਹਾਂ ਜਿਹੜੀ ਸਾਡੀ ਦੂਸਰੀ ਖਾਲੀ ਥਾਂ ਹੈ ਉਸ ਦਾ ਆਨਸਰ ਵਿਦਿਆਰਥੀਓ ਅਸੀਂ ਇੱਥੇ ਲਿਖਣਾ ਹੈ। ਅਸੀਂ ਇਹ ਡਾਇਗਰਾਮ ਆਪਣੀ ਉੱਤਰ ਕਾਪੀ ਦੇ ਉੱਪਰ ਨਹੀਂ ਬਣਾਉਣੀ ਹੁੰਦੀ। ਸੋ ਲੇਬਲਿੰਗ ਵਾਲੇ ਜਿੰਨੇ ਪ੍ਰਸ਼ਨ ਆਉਣਗੇ ਸਾਰਿਆਂ ਦੇ ਵਿੱਚ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ। ਪਿਆਰੇ ਵਿਦਿਆਰਥੀਓ, ਦੇਖੋ ਪੇਪਰ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਤੇ ਅਹਿਮ ਪਾਰਟ ਹੁੰਦਾ ਹੈ ਸਮੇਂ ਦੀ ਬਚਤ, ਟਾਈਮ ਨੂੰ ਸੇਵ ਕਰਨਾ। ਅਸੀਂ ਉਹ ਕੰਮ ਕਰਨਾ ਜਿਸ ਦਾ ਸਾਨੂੰ ਫਾਇਦਾ ਹੋਵੇ। ਇਹ ਨਾ ਹੋਵੇ ਕਿ ਅਸੀਂ ਡਾਇਗਰਾਮ ਬਣਾਉਣ ਦੇ ਵਿੱਚ ਹੀ 15 ਮਿੰਟ ਲਗਾ ਦਈਏ ਤੇ ਉਹ 15 ਮਿੰਟ ਦੇ ਨਾਲ ਸਾਡੇ ਕੋਈ ਹੋਰ ਪ੍ਰਸ਼ਨ ਉੱਤਰ ਰਹਿ ਜਾਣਗੇ।
ਸੋ ਡਾਇਗਰਾਮ ਵਾਲੇ ਪ੍ਰਸ਼ਨਾਂ ਦੇ ਵਿੱਚ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਹੈ। ਇਸੇ ਤਰੀਕੇ ਨਾਲ ਜਿਹੜਾ ਸਾਡਾ ਭਾਗ ਈਡੀ ਹੈ ਉਹ ਪਿਆਰੇ ਵਿਦਿਆਰਥੀਓ ਕੁੱਲ ਕਿੰਨੇ ਅੰਕ ਦਾ ਹੈ? 5 ਅੰਕਾਂ ਦਾ ਹੋਏਗਾ। ਇਸੇ ਤਰੀਕੇ ਨਾਲ ਜਿਹੜਾ ਸਾਡਾ ਭਾਗ ਸੱਸਾ ਜਿਸ ਨੂੰ ਆਪਾਂ ਬੋਲਦੇ ਹਾਂ ਉਸ ਤੋਂ ਨੈਕਸਟ ਵਨ ਤੁਸੀਂ ਦੇਖ ਸਕਦੇ ਹੋ ਭਾਗ ਸੱਸਾ 15 ਅੰਕ ਦਾ ਹੈ। ਹੁਣ ਇੱਥੇ ਪਿਆਰੇ ਵਿਦਿਆਰਥੀਓ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਗੱਲ ਸਾਂਝੀ ਕਰ ਰਿਹਾ, ਸੋ ਇਸ ਗੱਲ ਤੇ ਧਿਆਨ ਦਿਓ। ਦੇਖੋ ਜਿਹੜਾ ਸਾਡਾ ਸੱਸਾ ਭਾਗ ਹੈ ਇਸ ਦੇ ਵਿੱਚ ਕੁੱਲ ਕਿੰਨੇ ਪ੍ਰਸ਼ਨ ਆਉਣੇ ਨੇ? 3 ਪ੍ਰਸ਼ਨ ਆਉਣੇ ਨੇ। ਪੇਪਰ ਦੇ ਵਿੱਚ ਕੀ ਹੋਊਗਾ, ਤੁਹਾਨੂੰ 6 ਪ੍ਰਸ਼ਨ ਦਿੱਤੇ ਹੋਣਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਓਹਮ ਦਾ ਨਿਯਮ ਕੀ ਹੈ, ਇਹਦੇ ਨਾਲ 4 ਓਮ 8 ਓਮ 12 ਓਮ ਦਾ ਇੱਕ ਨੂਮੈਰੀਕਲ ਦਿੱਤਾ ਹੋਇਆ ਹੈ। ਅਸੀਂ ਇਹ ਦੋਨੋਂ ਨਹੀਂ ਕਰਨੇ, ਇਹਦੇ ਵਿਚਕਾਰ ਜਾਂ ਪਿਆ ਹੋਇਆ ਹੈ। ਜਾਂ ਦਾ ਮਤਲਬ ਕੀ ਹੈ? ਜਾਂ ਤਾਂ ਤੁਸੀਂ ਓਮ ਦੇ ਨਿਯਮ ਵਾਲਾ ਪ੍ਰਸ਼ਨ ਕਰੋਗੇ ਜਾਂ ਨੂਮੈਰੀਕਲ ਕਰੋਗੇ 4 ਓਮ 8 ਓਮ 12 ਓਮ, ਤਾਂ ਦੋਨਾਂ ਚੋਂ ਅਸੀਂ ਕੋਈ ਇੱਕ ਕਰਨਾ ਹੈ। ਇਸੇ ਤਰੀਕੇ ਨਾਲ ਜਿਹੜਾ ਤੁਹਾਡਾ 18ਵਾਂ ਹੈ ਉੱਥੇ ਸਾਡੇ ਕੋਲ ਦੇਖੋ ਜਾਂ ਪਈ ਹੋਈ ਹੈ, ਤਾਂ ਚਾਹੇ ਅਸੀਂ ਉੱਪਰ ਵਾਲੇ 2 ਪ੍ਰਸ਼ਨ ਕਰੀਏ ਚਾਹੇ ਇੱਕ ਇਹ ਕਰ ਦਈਏ। ਇਸੇ ਤਰ੍ਹਾਂ ਨਾਲ ਜਾਂ ਵਾਲਿਆਂ ਦਾ ਧਿਆਨ ਜ਼ਰੂਰ ਰੱਖਣਾ ਹੈ। ਕਈ ਵਿਦਿਆਰਥੀ ਕੀ ਕਰਦੇ ਨੇ, ਸਾਰੇ 6 ਦੇ 6 ਹੀ ਹੱਲ ਕਰਨ ਬੈਠ ਜਾਂਦੇ ਨੇ, ਤਾਂ ਪਿਆਰੇ ਵਿਦਿਆਰਥੀਓ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ। ਜਿਹੜਾ ਤੁਹਾਨੂੰ ਲੱਗਦਾ ਹੈ ਦੋਨਾਂ ਦੇ ਵਿੱਚੋਂ ਤੁਸੀਂ ਵਧੀਆ ਤਰੀਕੇ ਨਾਲ ਉੱਤਰ ਦੇ ਸਕਦੇ ਹੋ, ਆਰਾਮ ਨਾਲ ਬੈਠ ਕੇ ਸ਼ਾਂਤੀ ਨਾਲ ਸੋਚ ਕੇ ਫਿਰ ਤੁਸੀਂ ਉਹਦੇ ਤਰੀਕੇ ਨਾਲ ਉਸ ਆਨਸਰ ਦੇਣਾ ਹੈ। ਸੋ ਇੱਕ ਚੀਜ਼ ਇੱਥੇ ਹੋਰ ਬੜੀ ਇੰਪੋਰਟੈਂਟ ਹੈ ਕਿ ਪਾਠ 3, ਪਾਠ 8 ਤੇ ਪਾਠ 12 ਉਹ 3 ਪਾਠਾਂ ਦੇ ਵਿੱਚੋਂ ਹੀ ਇਹ ਪ੍ਰਸ਼ਨ ਆਉਣੇ ਨੇ। ਔਰ ਇਹ ਪ੍ਰਸ਼ਨ ਵੀ ਗਿਣਤੀ ਦੇ ਵਿੱਚ ਬੜੇ ਥੋੜੇ ਨੇ। ਜੇ ਆਪਾਂ ਸਾਰੀ 10ਵੀਂ ਕਲਾਸ ਦੇ ਸਰ ਪ੍ਰਸ਼ਨ ਦੇਖੀਏ 25 ਪ੍ਰਸ਼ਨ ਬਣਦੇ ਨੇ, ਤਾਂ ਉਹਨਾਂ 25 ਦੇ ਵਿੱਚੋਂ 6 ਦੇ ਵਿੱਚੋਂ ਅੱਗੇ 3 ਵਿਦਿਆਰਥੀਆਂ ਨੇ ਕਰਨੇ ਨੇ। ਇਹ ਉਹ ਭਾਗ ਹੈ ਜਿੱਥੋਂ ਬੇਟਾ ਅਸੀਂ ਵੱਧ ਤੋਂ ਵੱਧ ਨੰਬਰ ਸਕੋਰ ਕਰ ਸਕਦੇ ਹਾਂ। ਸੋ ਇੱਕ ਚੀਜ਼ ਇੱਥੇ ਮੈਂ ਹੋਰ ਸਾਰਿਆਂ ਨੂੰ ਕਹਿਣੀ ਚਾਹੂੰਗਾ ਕਿ ਵੱਡੇ ਪ੍ਰਸ਼ਨ ਉੱਤਰਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ 5 ਪੇਜ ਭਰ ਰਹੇ ਹਾਂ 7 ਪੇਜ ਭਰਨੇ ਆ। ਅਸੀਂ ਜੋ ਲਿਖਣਾ ਹੈ ਕੁਆਲਿਟੀ ਦਾ ਲਿਖਣਾ ਹੈ, ਸਹੀ ਲਿਖਣਾ ਹੈ। ਇਹ ਨਹੀਂ ਹੈ ਕਿ ਅਸੀਂ ਪੇਜਾਂ ਦੀ ਗਿਣਤੀ ਵਧਾਉਣ ਲਈ ਕਿ ਵੈਸੇ ਹੀ ਕਈ ਵਾਰ ਅਸੀਂ ਵਿਦਿਆਰਥੀ ਕੀ ਕਰਦੇ ਨੇ ਅਕਸਰ ਸਰ ਕਿ ਕੋਲੋਂ ਹੀ 2-2 4-4 ਲਾਈਨਾਂ ਕੋਲੋਂ ਐਡ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਵੱਡੇ ਅੰਕਾਂ ਵਾਲੇ ਪ੍ਰਸ਼ਨ ਨੇ ਤਾਂ ਅਸੀਂ ਵੱਡੇ ਉੱਤਰ ਦੇਣੇ ਨੇ। ਤਾਂ ਪਿਆਰੇ ਵਿਦਿਆਰਥੀਓ ਨਹੀਂ ਹੈ। ਜੋ ਤੁਹਾਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਤੁਸੀਂ ਉਹਦਾ ਬਿਲਕੁਲ ਨਿਯਮਤ ਸ਼ਬਦਾਂ ਦੇ ਵਿੱਚ ਉਸ ਦਾ ਉੱਤਰ ਦੇਣਾ ਹੈ, ਸਹੀ ਉੱਤਰ ਦੇਣਾ ਹੈ। ਕੋਈ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ। ਤੇ ਕੋਈ ਲੰਬੇ ਪ੍ਰਸ਼ਨ ਵੱਡਿਆਂ ਦਾ ਮਤਲਬ ਇਹ ਨਹੀਂ ਕਿ ਬਹੁਤ ਵੱਡੇ ਲਿਖਣੇ ਨੇ। ਬਸ ਜੋ ਸਾਨੂੰ ਪੁੱਛਿਆ ਗਿਆ ਉਸ ਦਾ ਉੱਤਰ ਸਹੀ ਤਰੀਕੇ ਨਾਲ ਚੈੱਕ ਕਰਨ ਵਾਲੇ ਨੂੰ ਮਿਲਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਅੰਕ ਨੇ ਉਹ ਪੂਰੇ ਆ ਜਾਣ। ਜਿਵੇਂ ਆਪਣੇ ਕੋਲੇ ਪ੍ਰਸ਼ਨ ਨੰਬਰ 17 ਆਪਾਂ ਦੇਖ ਰਹੇ ਹਾਂ ਸਰ ਜੀ ਸਰ। ਇੱਕ ਵਿਦਿਆਰਥੀ ਹੋਣ ਦੇ ਨਾਤੇ ਮੇਰੇ ਕੋਲੋਂ ਕਈ ਵਾਰ ਬੱਚੇ ਪੁੱਛਦੇ ਨੇਗੇ ਜੀ, ਅਧਿਆਪਕ ਹੋਣ ਦੇ ਨਾਤੇ ਮੇਰੇ ਕੋਲੋਂ ਵੀ ਓਮ ਦਾ ਨਿਯਮ ਕੀ ਹੈ ਲਿਖਤਾ। ਮੈਂ ਕਿਹਾ ਬੇਟਾ ਇੱਥੇ ਸਿਰਫ ਪਰਿਭਾਸ਼ਾ ਦੇਣੀ ਹੈ ਇਸ ਦੀ, ਓਮ ਦੇ ਨਿਯਮ ਦੀ ਕੀ ਹੈ ਓਮ ਦਾ ਨਿਯਮ। ਬਿਲਕੁਲ ਸਰ। ਤੇ ਇੱਥੇ ਜਿਹੜੀ ਪਰਿਭਾਸ਼ਾ ਹੋਣੀ ਚਾਹੀਦੀ ਆ ਉਹ ਸਾਡੀ ਬਿਲਕੁਲ ਜਿਹੜੀ ਆ ਸਟੀਕ ਹੋਣੀ ਚਾਹੀਦੀ ਆ, ਸੰਖੇਪ ਦੇ ਵਿੱਚ ਹੋਣੀ ਚਾਹੀਦੀ ਆ। ਵਾਧੂ ਸਾਨੂੰ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਬਿਲਕੁਲ ਸਰ, ਬਿਲਕੁਲ ਜੀ। ਬੇਟਾ ਟੂ ਦੀ ਪੁਆਇੰਟ, ਬਸ ਇਹ ਚੀਜ਼ ਨੂੰ ਧਿਆਨ ਰੱਖਣਾ ਹੈ। ਜੋ ਤੁਹਾਨੂੰ ਪੁੱਛਿਆ ਗਿਆ ਤੁਸੀਂ ਉਸ ਗੱਲ ਤੋਂ ਬਿਲਕੁਲ ਵੀ ਇੱਧਰ ਉੱਧਰ ਨਹੀਂ ਹਟਣਾ। ਆਰਾਮ ਨਾਲ ਸ਼ਾਂਤ ਬੈਠ ਕੇ ਉਸ ਚੀਜ਼ ਬਾਰੇ ਤੁਹਾਨੂੰ ਜਿੰਨਾ ਵੀ ਪਤਾ ਹੈ ਪੂਰੀ ਸਹੀ ਤਰੀਕੇ ਨਾਲ ਲਿਖਣਾ ਹੈ। ਆਲਤੂ ਫਾਲਤੂ ਗੱਲਾਂ ਦੇ ਉੱਪਰ ਬਿਲਕੁਲ ਵੀ ਟਾਈਮ ਅਸੀਂ ਵੇਸਟ ਨਹੀਂ ਕਰਨਾ। ਇਸੇ ਪ੍ਰਸ਼ਨ ਤੇ ਅਸੀਂ ਅਗਲੇ ਭਾਗ ਤੇ ਜਾਂਦੇ ਆ। ਇੱਥੇ ਵੀ ਕਈ ਵਾਰ ਬੱਚੇ ਜਿਹੜੇ ਆ ਕੁਐਰੀ ਕਰਦੇ ਨੇ, ਪ੍ਰਸ਼ਨ ਪੁੱਛਦੇ ਨੇ ਵੀ ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਕਿਵੇਂ ਕਰਾਂਗੇ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਇਹ ਪ੍ਰਸ਼ਨ ਨੂੰ ਆਪਾਂ ਅਟੈਂਪਟ ਕਰਨਾ, ਹੱਲ ਕਰਨਾ, ਸਭ ਤੋਂ ਪਹਿਲਾਂ ਓਮ ਦੇ ਨਿਯਮ ਦੀ ਪਰਿਭਾਸ਼ਾ ਦੱਸਦੀ ਆਪਾਂ। ਬਿਲਕੁਲ ਸਰ। ਉਸ ਤੋਂ ਬਾਅਦ ਇੱਕ ਸਰਕਟ ਡਾਇਗਰਾਮ ਜ਼ਰੂਰ ਬਣਾਵਾਂਗੇ ਬਿਲਕੁਲ, ਜਿਸ ਨੂੰ ਸਮਝਾਉਂਦੇ ਹੋਏ ਅਸੀਂ ਓਮ ਦੇ ਨਿਯਮ ਦੀ ਪੁਸ਼ਟੀ ਕਰ ਸਕਾਂਗੇ। ਬਿਲਕੁਲ ਸਰ। ਤਾਂ ਇਸੇ ਤਰੀਕੇ ਨਾਲ ਵਿਦਿਆਰਥੀ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਜਿਹੜਾ ਤੁਹਾਡਾ ਪੇਪਰ ਹੋਊਗਾ ਇਹ 3 ਵਰਜ਼ਨ ਦੇ ਵਿੱਚ ਹੋਊਗਾ। ਸਭ ਤੋਂ ਪਹਿਲਾਂ ਪੰਜਾਬੀ ਮਾਧਿਅਮ, ਫਿਰ ਇੰਗਲਿਸ਼ ਵਰਜ਼ਨ ਦੇ ਵਿੱਚ, ਔਰ ਨਾਲ ਹਿੰਦੀ ਵਰਜ਼ਨ 'ਚ ਵੀ ਅਵੇਲੇਬਲ ਹੋਊਗਾ। ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਇੱਥੇ ਇੰਗਲਿਸ਼ ਵਰਜ਼ਨ ਵੀ ਅਵੇਲੇਬਲ ਹੈ। ਤਾਂ ਪਿਆਰੇ ਵਿਦਿਆਰਥੀਓ, ਜੇ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਕੋਈ ਅੱਖਰ ਸਾਨੂੰ ਪੰਜਾਬੀ ਦੇ ਵਿੱਚ ਨਹੀਂ ਸਮਝ ਆ ਰਿਹਾ, ਤਾਂ ਤੁਸੀਂ ਉਹੀ ਸੇਮ ਕੁਐਸਚਨ ਇੰਗਲਿਸ਼ ਦੇ ਵਿੱਚ ਹੁੰਦਾ ਤੁਸੀਂ ਉੱਥੋਂ ਦੇਖ ਸਕਦੇ ਹੋ। ਜਾਂ ਬਹੁਤ ਸਾਰੇ ਵਿਦਿਆਰਥੀਆਂ ਨੇ ਇੰਗਲਿਸ਼ ਮੀਡੀਅਮ ਲਿਆ ਹੋਇਆ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸਰ ਇਸ ਵਰਡ ਦਾ ਸਾਨੂੰ ਮੀਨਿੰਗ ਨਹੀਂ ਪਤਾ ਲੱਗ ਰਿਹਾ। ਤਾਂ ਪਿਆਰੇ ਵਿਦਿਆਰਥੀਓ, ਪੰਜਾਬੀ ਵਾਲਾ ਮਾਧਿਅਮ ਵੀ ਤੁਹਾਡੇ ਕੋਲ ਹੋਊਗਾ। ਤੁਸੀਂ ਸੇਮ ਉਸੇ ਪ੍ਰਸ਼ਨ ਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਉਸ ਚੀਜ਼ ਦਾ ਜਿਹੜਾ ਪੰਜਾਬੀ ਦਾ ਮੀਨਿੰਗ ਹੈ ਉਸ ਦਾ ਦੇਖ ਸਕਦੇ ਹੋ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ। ਤਾਂ ਇਸ ਤੋਂ ਨੈਕਸਟ ਜੀ ਸਰ ਹੁਣ ਤੱਕ ਆਪਾਂ ਵਿਦਿਆਰਥੀਆਂ ਨੂੰ ਇਹ ਦੱਸ ਦਿੱਤਾ ਵੀ ਬਲੂਪ੍ਰਿੰਟ ਕੀ ਹੁੰਦਾ। ਬਿਲਕੁਲ ਸਰ, ਬਲੂਪ੍ਰਿੰਟ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਕਿਹੜੇ ਅਧਿਆਏ ਦੇ ਵਿੱਚੋਂ, ਕਿਹੜੇ ਪਾਠ ਦੇ ਵਿੱਚੋਂ ਕਿੰਨੇ ਨੰਬਰ ਦੇ ਪ੍ਰਸ਼ਨ ਆਉਣਗੇ। ਬਿਲਕੁਲ ਠੀਕ ਹੈ ਜੀ। ਤੇ ਅਸੀਂ ਨਾਲ ਇਹ ਵੀ ਦੱਸਤਾ ਵੀ ਪੇਪਰ ਜਿਹੜਾ ਹੈਗਾ ਵਾ ਉਸ ਦੇ ਵਿੱਚ 19 ਪ੍ਰਸ਼ਨ ਹੋਣੇ ਆ ਟੋਟਲ। ਬਿਲਕੁਲ ਜੀ। ਤੇ ਹੁਣ ਜੋ ਮੈਨੂੰ ਜ਼ਿਆਦਾ ਅਹਿਮ ਲੱਗ ਰਿਹਾ ਉਹ ਇਹ ਆ ਵੀ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਸਾਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਆ ਵੀ ਜੋ
ਉਹ ਆਪਣਾ ਪੇਪਰ ਇਸ ਤਰ੍ਹਾਂ ਨਾਲ ਪੇਸ਼ ਕਰਨ ਵੀ ਉਹਨਾਂ ਦੇ ਮੈਕਸਿਮਮ ਮਾਰਕਸ ਆ ਜਾਣ। ਬਿਲਕੁਲ ਸਰ, ਉਹ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਉਹ ਧਿਆਨ ਰੱਖ ਸਕਦੇ ਆ? ਧਿਆਨ ਰੱਖਣਾ ਹੈ। ਤਾਂ ਪਿਆਰੇ ਵਿਦਿਆਰਥੀਓ ਨੂੰ ਅਸੀਂ 10-12 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੱਲੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਓ ਤੇ ਸਮਝਿਓ। ਸਭ ਤੋਂ ਪਹਿਲੀ ਗੱਲ, ਜਦੋਂ ਬੇਟਾ ਤੁਹਾਡੇ ਹੱਥ ਦੇ ਵਿੱਚ ਉੱਤਰ ਕਾਪੀ ਆਉਂਦੀ ਹੈ, ਆਨਸਰ ਕਾਪੀ ਜਿਸ ਦੇ ਉੱਪਰ ਤੁਸੀਂ ਆਪਣੇ ਪ੍ਰਸ਼ਨਾਂ ਦਾ ਹੱਲ ਕਰਨਾ ਹੈ, ਉਹਦਾ ਜਿਹੜਾ ਪਹਿਲਾ ਪੇਜ ਹੈ ਉਹ ਇਸ ਤਰੀਕੇ ਦਾ ਹੁੰਦਾ ਹੈ। ਤਾਂ ਬਹੁਤ ਸਾਰੇ ਵਿਦਿਆਰਥੀ ਇਸ ਨੂੰ ਦੇਖ ਕੇ ਘਬਰਾ ਜਾਂਦੇ ਨੇ ਕਿ ਸਰ ਅਸੀਂ ਇੰਨਾ ਸਾਰਾ ਕੁਝ ਫਿਲ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲੀ ਗੱਲ ਅਸੀਂ ਕੀ ਭਰਨਾ ਹੁੰਦਾ ਹੈ। ਦੇਖੋ, ਤੁਹਾਡਾ ਪੇਪਰ ਕਿਸ ਸਬਜੈਕਟ ਦਾ ਹੈ? ਉਦਾਹਰਨ ਦੇ ਤੌਰ ਤੇ ਇੰਗਲਿਸ਼। ਉਸ ਦਾ ਜਿਹੜਾ ਪੇਪਰ ਕੋਡ ਹੈ, ਆਹ ਕੋਡ ਤੁਹਾਡੇ ਪ੍ਰਸ਼ਨ, ਜਿਹੜਾ ਤੁਹਾਡਾ ਪ੍ਰਸ਼ਨ ਪੱਤਰ ਹੈ, ਉਹਦੇ ਉੱਪਰ ਹੀ ਲਿਖਿਆ ਹੁੰਦਾ ਹੈ। ਕਿਹੜੇ ਦਿਨ ਤੁਹਾਡਾ ਪੇਪਰ ਹੋ ਰਿਹਾ ਹੈ ਤੇ ਉਸ ਦਿਨ ਕਿਹੜੀ ਤਾਰੀਖ ਹੈ, ਤੁਸੀਂ ਕਿਹੜੇ ਮੀਡੀਅਮ 'ਚ ਉਸ ਨੂੰ ਸੋਲਵ ਕਰ ਰਹੇ ਹੋ, ਪੰਜਾਬੀ ਦੇ ਅੰਦਰ, ਹਿੰਦੀ ਦੇ ਅੰਦਰ, ਇੰਗਲਿਸ਼ ਦੇ ਅੰਦਰ। ਤਾਂ ਇਸ ਤੋਂ ਇਲਾਵਾ ਜੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਫਿਰ ਵੀ ਕੋਈ ਸਮੱਸਿਆ ਆਵੇ ਤਾਂ ਤੁਹਾਡੇ ਕਮਰੇ ਦੇ ਵਿੱਚ ਜਿਹੜੇ ਅਧਿਆਪਕ ਸਾਹਿਬਾਨ ਡਿਊਟੀ ਤੇ ਹੁੰਦੇ ਨੇ, ਬੇਟਾ ਬਿਲਕੁਲ ਝਿਜਕ ਨਹੀਂ ਰੱਖਣੀ। ਉਹ ਤੁਹਾਡੀ ਸਹੂਲਤ ਲਈ ਉੱਥੇ ਅਵੇਲੇਬਲ ਹੁੰਦੇ ਨੇ। ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਲੱਗ ਰਹੀ, ਗਲਤ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਉਹ ਜਿਹੜੇ ਤੁਹਾਡੇ ਇਨਵੀਜੀਲੇਟਰਸ ਨੇ, ਜਿਹੜੇ ਡਿਊਟੀ ਦੇ ਰਹੇ ਅਧਿਆਪਕ ਸਾਹਿਬਾਨ ਨੇ, ਪਿਆਰੇ ਵਿਦਿਆਰਥੀਓ, ਬਿਨਾਂ ਝਿਜਕ ਉਹਨਾਂ ਨਾਲ ਗੱਲ ਕਰ ਲਿਓ ਕਿ ਸਰ ਇੱਥੇ ਕੀ ਭਰਨਾ, ਸਾਨੂੰ ਨਹੀਂ ਪਤਾ ਲੱਗ ਰਿਹਾ। ਇੱਕ ਵਾਰ ਮੈਂ ਫਿਰ ਦੁਬਾਰਾ ਸਮਝਾ ਦਿੰਦਾ। ਬੜੇ ਸੌਖੇ ਜਿਹੇ ਕਾਲਮ ਨੇ। ਸਭ ਤੋਂ ਪਹਿਲਾਂ ਪੇਪਰ ਕਿਸ ਚੀਜ਼ ਹੈ, ਕੋਡ ਬੇਟਾ ਪੇਪਰ ਦੇ ਉੱਪਰ ਹੀ ਲੱਗਿਆ ਹੁੰਦਾ ਹੈ। ਕਿਹੜਾ ਦਿਨ ਹੈ, ਕਿਹੜੀ ਤਾਰੀਖ ਨੂੰ ਤੁਹਾਡਾ ਪੇਪਰ ਹੋ ਰਿਹਾ ਹੈ, ਔਰ ਕਿਸ ਮੀਡੀਅਮ ਦੇ ਵਿੱਚ ਤੁਸੀਂ ਉਹ ਪੇਪਰ ਦੇਣਾ ਚਾਹੁੰਦੇ ਹੋ। ਦੂਸਰੀ ਚੀਜ਼, ਤੁਸੀਂ ਸੱਜੇ ਹੱਥ ਦੇਖ ਸਕਦੇ ਹੋ, ਇੱਥੇ ਨਾ ਇੱਕ OMR ਸ਼ੀਟ ਹੈ ਤੇ ਉਸ ਦੇ ਵਿੱਚ ਇੱਕ ਰੋਲ ਨੰਬਰ ਭਰਨ ਨੂੰ ਕਿਹਾ ਜਾ ਰਿਹਾ ਹੈ, ਸਬਜੈਕਟ ਕੋਡ ਭਰਨ ਨੂੰ ਕਿਹਾ ਜਾ ਰਿਹਾ ਹੈ, ਸੈਂਟਰ ਨੰਬਰ ਭਰਨ ਤੇ ਨਾਮ ਭਰਨ ਨੂੰ ਕਿਹਾ ਜਾ ਰਿਹਾ ਹੈ। ਤਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣਾ। ਮੰਨ ਲਓ ਇੱਕ ਵਿਦਿਆਰਥੀ ਦਾ ਨਾਮ ਹੈ ਅਨਿਲ। ਸਭ ਤੋਂ ਪਹਿਲਾਂ ਜੋ ਵੀ ਵਿਦਿਆਰਥੀ ਦਾ ਤੁਹਾਡਾ ਨਾਮ ਹੈ ਬੇਟਾ, ਤੁਸੀਂ ਇੱਥੇ ਭਰਨਾ ਹੈ। ਹੁਣ ਇਸ ਨੂੰ ਫਿਲ ਕਿਵੇਂ ਕਰਨਾ ਹੈ? ਦੇਖੋ, ਸਭ ਤੋਂ ਪਹਿਲਾਂ A ਹੈ ਨਾ, ਤਾਂ ਤੁਸੀਂ ਨੀਚੇ ਦੇਖ ਸਕਦੇ ਹੋ A ਤੋਂ ਲੈ ਕੇ Z ਤੱਕ ਇੱਥੇ ਅਲਫਾਬੈਟ ਲਿਖੇ ਹੋਏ ਨੇ। A ਦੇ ਨੀਚੇ ਜਿਹੜਾ A ਲਿਖਿਆ ਹੈ, ਉਸ ਨੂੰ ਬੇਟਾ ਆਪਾਂ ਨੇ ਕੀ ਕਰਨਾ ਹੈ? ਡਾਰਕ ਸਰਕਲ ਕਰ ਦੇਣਾ ਹੈ। ਨੀਲੇ ਪੈਨ ਦੇ ਨਾਲ ਕਰੋਗੇ ਬੈਟਰ ਹੈ, ਕਾਲੇ ਨਾਲ ਵੀ ਕਰ ਸਕਦੇ ਹਾਂ। ਇਸੇ ਤਰ੍ਹਾਂ ਬੇਟਾ N ਦੇ ਬਿਲਕੁਲ ਨੀਚੇ ਜਾ ਕੇ ਜਿੱਥੇ ਆਪਣੇ ਕੋਲ N ਹੈ, ਅਸੀਂ ਉਸ ਨੂੰ ਕੀ ਕਰ ਦੇਣਾ ਹੈ? ਡਾਰਕ ਸਰਕਲ ਬਣਾ ਦੇਣਾ ਹੈ। ਇਸੇ ਤਰੀਕੇ ਨਾਲ ਜਿੱਥੇ ਬੇਟਾ I ਲਿਖਿਆ ਹੋਇਆ ਹੈ, ਉਸੇ ਰੋ ਦੇ ਵਿੱਚ ਬਿਲਕੁਲ ਕਾਲਮ ਦੇ ਵਿੱਚ ਨੀਚੇ ਜਾ ਕੇ ਜਿੱਥੇ ਤੁਹਾਨੂੰ I ਦਿਖਦਾ ਹੈ, ਤੁਸੀਂ ਉਸ ਨੂੰ ਬੋਲਡ ਕਰ ਦੇਣਾ, ਡਾਰਕ ਕਰ ਦੇਣਾ, ਬਲੈਕ ਕਰ ਦੇਣਾ ਜਾਂ ਬਲੂ ਕਰ ਦੇਣਾ, ਜੋ ਤੁਹਾਡਾ ਪੈਨ ਹੈ। ਇਸੇ ਤਰੀਕੇ ਨਾਲ L ਦੇ ਨੀਚੇ L। ਤਾਂ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਜੇ ਕਿਸੇ ਬੱਚੇ ਦਾ ਨਾਮ ਅਨਿਲ ਹੈ ਤਾਂ ਨੀਚੇ ਵਾਲੇ ਜਿਹੜੇ ਉਹ ਸਰਕਲਸ ਨੇ, ਐਲਿਪਟੀਕਲ ਸ਼ੇਪ ਤੇ ਬਣੇ ਹੋਏ ਨੇ, ਉਹਨਾਂ ਨੂੰ ਅਸੀਂ ਡਾਰਕ ਕਰਨੇ। ਇਸੇ ਤਰ੍ਹਾਂ ਆਪਾਂ ਰੋਲ ਨੰਬਰ ਦੀ ਗੱਲ ਕਰਦੇ ਹਾਂ। ਮੰਨ ਲਓ ਕਿਸੇ ਬੱਚੇ ਦਾ ਰੋਲ ਨੰਬਰ ਹੈ 1 2 3 4 5 6 7। ਹੁਣ ਪਹਿਲਾਂ ਤਾਂ ਤੁਸੀਂ ਆਪਣਾ ਬੇਟਾ ਰੋਲ ਨੰਬਰ ਲਿਖ ਲਿਆ। ਹੁਣ ਕੀ ਕਰਨਾ ਹੈ? 1 ਦੇ ਨੀਚੇ ਜਿੱਥੇ 1 ਲਿਖਿਆ ਹੋਇਆ ਹੈ ਉਸ ਨੂੰ ਡਾਰਕ ਕਰ ਦੇਣਾ। 2 ਦੇ ਨੀਚੇ ਜਿੱਥੇ 2 ਲਿਖਿਆ ਉਸ ਨੂੰ ਡਾਰਕ ਕਰ ਦੇਣਾ। ਇਸੇ ਤਰੀਕੇ ਨਾਲ 3 ਦੇ ਨੀਚੇ ਜਿੱਥੇ 3 ਲਿਖਿਆ ਉਸ ਨੂੰ ਡਾਰਕ ਕਰ ਦੇਣਾ। ਤਾਂ ਜੋ ਵੀ ਤੁਹਾਡਾ ਨੰਬਰ ਉੱਪਰ ਲਿਖਿਆ ਹੋਇਆ ਹੈ, ਉਹ ਨੀਚੇ 1 ਤੋਂ ਲੈ ਕੇ 9 ਤੱਕ ਤੇ 0 ਤੱਕ ਜਿੱਥੇ ਤੁਹਾਨੂੰ ਦਿਖਦਾ ਹੈ, ਤੁਸੀਂ ਉਹ ਸਾਰਿਆਂ ਨੂੰ ਡਾਰਕ ਕਰ ਦੇਣਾ। ਤਾਂ ਇਸ ਤਰੀਕੇ ਨਾਲ ਬੇਟਾ ਰੋਲ ਨੰਬਰ। ਬਿਲਕੁਲ ਇਸੇ ਤਰੀਕੇ ਨਾਲ ਸਬਜੈਕਟ ਕੋਡ। ਮੰਨ ਲਓ ਕੋਈ ਸਬਜੈਕਟ ਕੋਡ ਹੈ 014, ਤਾਂ ਅਸੀਂ ਬੇਟਾ ਕੀ ਕਰਾਂਗੇ? ਪਹਿਲਾਂ 0 ਦੇ ਨੀਚੇ 0 ਨੂੰ ਡਾਰਕ ਕਰ ਦਾਂਗੇ, ਫਿਰ 1 ਦੇ ਨੀਚੇ 1 ਨੂੰ ਡਾਰਕ ਕਰ ਦਾਂਗੇ, 4 ਦੇ ਨੀਚੇ 4 ਨੂੰ ਡਾਰਕ ਕਰ ਦਾਂਗੇ। ਤਾਂ ਇਸੇ ਤਰੀਕੇ ਨਾਲ ਸੈਂਟਰ ਨੰਬਰ, ਮੰਨ ਲਓ ਸੈਂਟਰ ਨੰਬਰ ਹੈ 4 2 3 7, ਤਾਂ 4 ਦੇ ਨੀਚੇ ਬੇਟਾ 4 ਨੂੰ ਡਾਰਕ ਕਰਨਾ ਹੈ, 2 ਦੇ ਨੀਚੇ 2 ਨੂੰ ਡਾਰਕ ਕਰਨਾ ਹੈ, ਅਸੀਂ 3 ਦੇ ਨੀਚੇ 3 ਨੂੰ ਡਾਰਕ ਕਰਨਾ ਹੈ। ਇਸੇ ਤਰੀਕੇ ਨਾਲ 7 7 ਦੇ ਨੀਚੇ 7 ਨੂੰ ਡਾਰਕ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਜੋ ਸਾਡੀ ਉੱਤਰ ਕਾਪੀ ਹੈ, ਉਸ ਜਿਹੜਾ ਫਰੰਟ ਸ਼ੀਟ ਹੈ, ਇਹਨੂੰ ਬਹੁਤ ਧਿਆਨ ਨਾਲ, ਆਰਾਮ ਨਾਲ ਫਿਲ ਕਰਨਾ ਹੈ। ਇਹਦੀ ਪ੍ਰੈਕਟਿਸ ਇੱਕ ਵਾਰ ਜ਼ਰੂਰ ਕਰ ਲੈਣੀ ਹੈ ਤੁਸੀਂ, ਬਟ ਇਹ ਬੜਾ ਸੌਖਾ ਹੈ। ਇਸ ਨੂੰ ਦੇਖ ਕੇ ਬਿਲਕੁਲ ਘਬਰਾਉਣਾ ਨਹੀਂ। ਇਹ ਸਿਰਫ ਹਾਰਡਲੀ ਮੇਰੇ ਖਿਆਲ ਨਾਲ ਸਰ ਵੱਧ ਤੋਂ ਵੱਧ ਇਹ 1 ਮਿੰਟ ਦਾ ਕੰਮ ਹੋਊਗਾ। ਜੀ ਸਰ, ਇੱਕ ਇਸ ਸਾਰੇ OMR ਸ਼ੀਟ ਦੇ ਜਿਹੜੇ ਪੈਟਰਨ ਬਣੇ, ਉਹਦੇ ਨੀਚੇ ਕੁਝ ਪੈਨ ਨਾਲ ਲਿਖਣ ਲਈ ਵੀ ਸਾਤੋਂ ਪੁੱਛਿਆ ਜਾ ਰਿਹਾ ਹੁੰਦਾ। ਬਿਲਕੁਲ। ਕਿਹੜਾ ਤੁਹਾਡਾ ਵਿਸ਼ਾ ਜੀ? ਹਾਂਜੀ, ਉਸ ਤੋਂ ਨੀਚੇ ਇਹਨਾਂ ਸ਼ਬਦਾਂ ਦੇ ਵਿੱਚ ਰੋਲ ਨੰਬਰ ਲਿਖਣ ਨੂੰ ਕਿਹਾ ਜਾ ਰਿਹਾ। ਬਿਲਕੁਲ ਠੀਕ ਆ। ਕਈ ਵਾਰ ਅਸੀਂ ਇਕਾਈ ਦਹਾਈ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਆ। ਜੇਕਰ ਮੰਨ ਲਓ ਆਪਾਂ ਨੇ ਉੱਪਰ ਰੋਲ ਨੰਬਰ ਦਰਸਾਇਆ ਹੋਇਆ 1 2 3 4 5 6 7 ਇਹ ਆ, ਤਾਂ ਅਸੀਂ ਰੋਲ ਨੰਬਰ ਨੂੰ ਸ਼ਬਦਾਂ ਦੇ ਵਿੱਚ ਵੀ ਇਦਾਂ ਹੀ ਲਿਖਾਂਗੇ। 1, ਠੀਕ ਹੈ ਜੀ, ਵਰਡਸ ਲੈਟਰਸ ਦੇ ਵਿੱਚ। ਬਿਲਕੁਲ 1 2 3 4 5 6 7, ਨਾ ਕਿ ਇਸ ਨੂੰ ਅਸੀਂ ਉਹਨਾਂ ਦੇ ਜਿਹੜੀ ਕਾਊਂਟਿੰਗ ਦੇ ਵਿੱਚ ਦੂਜੇ ਰੂਟ ਲਿਖਣਾ। ਬਿਲਕੁਲ ਬੱਚੇ, ਬਾਕੀ ਇਸ ਚੀਜ਼ ਨੂੰ ਲੈ ਕੇ ਬਿਲਕੁਲ ਨਹੀਂ ਘਬਰਾਉਣਾ। ਇਹ ਬੜਾ ਸਿੰਪਲ ਜਿਹਾ ਕੰਮ ਹੁੰਦਾ ਹੈ ਭਰਨ ਵਾਲਾ, ਤਾਂ ਇਸ ਨੂੰ ਥੋੜਾ ਜਿਹਾ ਰਿਲੈਕਸ ਹੋ ਕੇ ਚੱਲਣਾ ਹੈ। ਠੀਕ ਹੈ। ਉਸ ਤੋਂ ਅੱਗੇ ਪਿਆਰੇ ਵਿਦਿਆਰਥੀ, ਹੁਣ ਕੁਝ ਕੁ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਹੋਰ ਸਾਂਝੀਆਂ ਕਰ ਰਿਹਾ। ਸਭ ਤੋਂ ਪਹਿਲੀ ਗੱਲ, ਇੱਕ ਸੁਜੈਸ਼ਨ ਹੈ ਔਰ ਇੱਕ ਵਧੀਆ ਸੁਜੈਸ਼ਨ ਹੈ। ਅਸੀਂ ਬੇਟਾ ਬਹੁਤ ਸਾਰੇ ਪੇਪਰ ਚੈੱਕ ਕੀਤੇ ਨੇ, ਬਹੁਤ ਸਾਰੇ ਵਿਦਿਆਰਥੀਆਂ ਨਾਲ ਅਸੀਂ ਡੇਲੀ ਵਿਚਰਦੇ ਹਾਂ। ਮੈਂ ਤੁਹਾਨੂੰ ਇੱਕ ਅਧਿਆਪਕ ਦੀ ਮਾਨਸਿਕਤਾ ਤੋਂ ਦੱਸਦਾ ਕਿ ਜੋ ਸਾਡੀ ਪੇਪਰ ਚੈੱਕ ਕਰਨ ਵਾਲੇ ਦੀ ਮਾਨਸਿਕਤਾ ਹੁੰਦੀ ਹੈ
ਸਭ ਤੋਂ ਪਹਿਲੀ ਗੱਲ ਤਾਂ ਕੋਸ਼ਿਸ਼ ਇਹ ਕਰਿਓ ਕਿ ਪੇਪਰ ਅਸੀਂ ਕੇਵਲ ਨੀਲੇ ਪੈਨ ਦੇ ਨਾਲ ਹੀ ਕਰੀਏ। ਬਹੁਤ ਸਾਰੇ ਵਿਦਿਆਰਥੀ ਕੀ ਕਰਦੇ ਨੇ ਕਿ ਰੰਗਦਾਰ ਪੈਨ ਚੱਕ ਲੈਂਦੇ ਨੇ, ਹਰਾ ਪੈਨ, ਨੀਲਾ ਪੈਨ, ਪੀਲਾ ਪੈਨ, ਉਹ ਪੇਪਰ ਦੇਖਣ ਨੂੰ ਅੱਛਾ ਨਹੀਂ ਲੱਗਦਾ। ਤਾਂ ਸਾਰੇ ਪਿਆਰੇ ਵਿਦਿਆਰਥੀ ਇਸ ਗੱਲ ਦਾ ਬਹੁਤ ਧਿਆਨ ਰੱਖਣ ਕਿ ਨੀਲੇ ਪੈਨ ਦੀ ਹੀ ਵਰਤੋਂ ਕੀਤੀ ਜਾਵੇ। ਦੂਸਰੀ ਗੱਲ, ਜਿਹੜਾ ਪੈਨ ਬੇਟਾ ਤੁਸੀਂ ਵਰਤ ਰਹੇ ਹੋ, ਚਾਹੇ ਉਹ ਬਾਲ ਪੈਨ ਹੈ ਚਾਹੇ ਇੰਕ ਵਾਲਾ ਪੈਨ ਹੈ, ਉਸੇ ਕੀ ਜ਼ਰੂਰ ਦੇਖ ਲਓ, ਕਈ ਵਾਰ ਨਾ ਸਰ ਇੰਕ ਖਿੰਡ ਰਹੀ ਹੁੰਦੀ ਹੈ, ਉਹ ਇੱਕ ਸ਼ੀਟ ਦੂਜੀ ਸ਼ੀਟ ਨੂੰ ਖਰਾਬ ਕਰ ਦਿੰਦੀ ਹੈ। ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ। ਹੁਣ ਬਹੁਤ ਸਾਰੇ ਬੱਚਿਆਂ ਨੂੰ ਇੱਕ ਆਦਤ ਹੁੰਦੀ ਹੈ ਕਿ ਸਰ ਇੰਪੋਰਟੈਂਟ ਪੁਆਇੰਟ ਨੂੰ ਨਾ ਉਹ ਅਲੱਗ ਦੇ ਰੰਗ ਨਾਲ ਹਾਈਲਾਈਟ ਕਰ ਦਿੰਦੇ ਨੇ। ਤਾਂ ਇੱਥੇ ਬੇਟਾ ਮੇਰੀ ਸੁਜੈਸ਼ਨ ਤੁਹਾਨੂੰ ਇਹ ਹੈ ਕਿ ਜੇ ਤੁਸੀਂ ਕਿਸੇ ਇੰਪੋਰਟੈਂਟ ਭਾਗ ਨੂੰ ਅੰਡਰਲਾਈਨ ਵੀ ਕਰਨਾ ਹੈ, ਉਸ ਲਈ ਪੈਨਸਿਲ ਦੀ ਵਰਤੋਂ ਕੀਤੀ ਜਾਵੇ। ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਇੰਪੋਰਟੈਂਟ ਪਾਰਟ ਹੈ ਨਾ, ਤਾਂ ਨੀਚੇ ਬੇਟਾ ਪੈਨਸਿਲ ਦੀ ਲਾਈਨ ਦੇ ਨਾਲ ਇਸ ਨੂੰ ਹਾਈਲਾਈਟ ਕੀਤਾ ਹੋਇਆ ਹੈ। ਤਾਂ ਜੇ ਕਿਸੇ ਖਾਸ ਜਗ੍ਹਾ ਦੇ ਉੱਪਰ ਤੁਸੀਂ ਧਿਆਨ ਦਿਵਾਉਣਾ ਚਾਹੁੰਦੇ ਹੋ ਕਿ ਆਹ ਇਹਦਾ ਰਾਈਟ ਆਨਸਰ ਹੈ ਜੀ, ਇੱਥੇ ਧਿਆਨ ਦਿਓ, ਤਾਂ ਉਸ ਚੀਜ਼ ਨੂੰ ਆਪਾਂ ਪੈਨਸਿਲ ਦੇ ਨਾਲ ਕੀ ਕਰ ਲੈਣਾ, ਥੋੜਾ ਜਿਹਾ ਬਿਲਕੁਲ ਹਾਈਲਾਈਟ ਕਰ ਦੇਣਾ ਹੈ। ਦੂਸਰੀ ਗੱਲ ਪਿਆਰੇ ਵਿਦਿਆਰਥੀਓ, ਲਿਖਦੇ ਵਕਤ ਲਿਖਾਈ ਸੁੰਦਰ ਕਰਨੀ ਹੈ, ਬੜਾ ਖੁੱਲਾ ਲਿਖਣਾ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ, ਇਹ ਨਾ ਹੋਵੇ ਕਿ ਦੋ ਅੱਖਰ ਆਪਸ ਮਿਕਸ ਹੋ ਰਹੇ ਨੇ, ਜਾਂ ਦੋ ਲਾਈਨਾਂ ਮਿਕਸ ਹੋ ਰਹੀਆਂ ਨੇ, ਜਾਂ ਦੋ ਪੈਰਾਗ੍ਰਾਫ ਮਿਕਸ ਹੋ ਰਹੇ ਨੇ। ਤਾਂ ਜੋ ਵੀ ਤੁਸੀਂ ਲਿਖਿਆ ਹੈ, ਕੱਲਾ ਅੱਖਰ ਤੁਸੀਂ ਦੇਖ ਸਕਦੇ ਹੋ, ਪਹਿਲਾ ਅੱਖਰ ਆ ਬੇਟਾ, ਦੂਸਰਾ ਵਰਡ ਹੈ, ਆ ਤੀਸਰਾ ਵਰਡ ਹੈ, ਇਹਨਾਂ 'ਚ ਇੱਕ ਗੈਪ ਹੈ ਆਪਸ ਦੇ ਵਿੱਚ। ਇਸ ਗੈਪ ਦਾ ਹੋਣਾ ਬੜਾ ਜ਼ਰੂਰੀ ਹੈ। ਇਸੇ ਤਰ੍ਹਾਂ ਨਾਲ ਪਹਿਲੇ ਪ੍ਰਸ਼ਨ ਦੇ ਉੱਤਰ ਤੋਂ ਦੂਜੇ ਪ੍ਰਸ਼ਨ ਦੇ ਉੱਤਰ ਦੇ ਵਿਚਕਾਰ ਫਿਰ ਇੱਕ ਗੈਪ ਹੈ, ਦੇਖੋ। ਸੋ ਇਹ ਸਾਰੇ ਗੈਪ ਤੁਸੀਂ ਰੱਖਣੇ ਨੇ, ਕੁਝ ਵੀ ਮਿਕਸ ਨਹੀਂ ਕਰਨਾ, ਨਾ ਪ੍ਰਸ਼ਨਾਂ ਉੱਤਰਾਂ ਨੂੰ ਆਪਸ ਮਿਕਸ ਕਰਨਾ ਹੈ, ਨਾ ਅੱਖਰਾਂ ਨੂੰ ਮਿਕਸ ਕਰਨਾ ਹੈ, ਨਾ ਸੈਂਟੈਂਸਸ ਨੂੰ ਮਿਕਸ ਕਰਨਾ ਹੈ। ਸੋ ਆਰਾਮ ਨਾਲ ਅਲੱਗ-ਅਲੱਗ ਕਰਕੇ ਸੈਪਰੇਟ ਗੈਪ ਦੇ ਕੇ ਅਸੀਂ ਇਸ ਚੀਜ਼ ਨੂੰ ਲਿਖਣਾ ਹੈ। ਇਸੇ ਤਰ੍ਹਾਂ ਨਾਲ ਬੇਟਾ ਇੱਕ ਚੀਜ਼ ਜਿਹੜੀ ਦੂਸਰੀ ਇੰਪੋਰਟੈਂਟ ਹੈ, ਦੇਖੋ ਅਸੀਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਸ਼ੁਰੂਆਤ ਦੇ ਅੰਦਰ ਕਿ ਬੇਟਾ ਜਦੋਂ ਸਾਡਾ ਪੇਪਰ ਆਉਣਾ ਉਸੇ 4 ਭਾਗ ਨੇ, ਪਾਰਟ A, ਪਾਰਟ B, ਪਾਰਟ C ਤੇ ਪਾਰਟ D। ਤੇ ਆਪਾਂ ਨੂੰ ਇਹ ਵੀ ਪਤਾ ਹੈ ਜਿਹੜਾ ਸਾਡਾ ਪਾਰਟ A ਹੈ, ਭਾਗ ਊੜਾ ਹੈ, ਉਹ 1 ਅੰਕ ਦਾ ਹੈ। ਇਸ ਤਰ੍ਹਾਂ ਭਾਗ ਆੜਾ 2 ਅੰਕ ਦਾ ਹੈ, ਫਿਰ 3 ਅੰਕ ਦਾ, 5 ਅੰਕ ਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਕੋਈ ਵੀ ਭਾਗ ਸ਼ੁਰੂ ਕਰਨਾ ਹੈ, ਸਭ ਤੋਂ ਉੱਪਰ ਉਸ ਭਾਗ ਦੇ ਬਾਰੇ ਜ਼ਰੂਰ ਲਿਖਣਾ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੈ ਪਾਰਟ B। ਜੇ ਸਰ ਪੰਜਾਬੀ 'ਚ ਗੱਲ ਕਰੀਏ, ਭਾਗ ਆੜਾ ਲਿਖ ਸਕਦੇ ਹੋ, ਦਾ ਭਾਗ ਈਡੀ ਲਿਖ ਸਕਦੇ ਹੋ, ਜੋ ਵੀ ਤੁਹਾਡੇ ਅਕੋਰਡਿੰਗਲੀ ਹੈ, ਜਿਹੜਾ ਮੀਡੀਅਮ ਤੁਸੀਂ ਯੂਜ਼ ਕਰ ਰਹੇ ਹੋ। ਤਾਂ ਬੇਟਾ ਕੋਈ ਵੀ ਪਾਰਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਹੈਡਿੰਗ ਤੁਸੀਂ ਉਹ ਜ਼ਰੂਰ ਦੇਣਾ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਕ ਸਕਰੀਨ ਹੈ। ਇੱਕ ਚੀਜ਼ ਬੇਟਾ ਹੋਰ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਹਾਡੇ ਹੱਥ ਦੇ ਵਿੱਚ ਆਨਸਰ ਸ਼ੀਟ ਆਉਂਦੀ ਹੈ, ਉਸ ਦੇ ਉੱਪਰ ਪੈਨਸਿਲ ਦੇ ਨਾਲ ਸਾਈਡਾਂ ਦੇ ਉੱਪਰ ਥੋੜਾ ਗੈਪ ਜ਼ਰੂਰ ਰੱਖ ਲਿਓ, ਜਿਸ ਨੂੰ ਅਸੀਂ ਹਾਸ਼ੀਆ ਵੀ ਕਹਿ ਦਿੰਦੇ ਹਾਂ। ਇਸ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਪੇਪਰ ਦੀਆਂ ਲਾਈਨਿੰਗਸ ਨੇ, ਵਰਡ ਨੇ, ਸੈਂਟੈਂਸ ਨੇ, ਉਹ ਇੱਕ ਲਿਮਟਿਡ ਜਗ੍ਹਾ ਦੇ ਵਿੱਚ ਰਹਿੰਦੇ ਨੇ। ਅੱਖਰ ਖਿੰਡਦੇ ਜਾਂ ਦੇਖਣ ਨੂੰ ਵੀ ਪੇਪਰ ਸੋਹਣਾ ਲੱਗਦਾ ਹੈ, ਔਰ ਚੈੱਕ ਕਰਨ ਵਾਲੇ ਨੂੰ ਵੀ ਆਸਾਨੀ ਰਹਿੰਦੀ ਹੈ। ਤੇ ਜੋ ਤੁਸੀਂ ਦਿਖਾਣਾ ਚਾਹੁੰਦੇ ਐਗਜ਼ਾਮੀਨਰ ਨੂੰ, ਉਹ ਸਾਡੀਆਂ ਚੀਜ਼ਾਂ ਬੜੀ ਕਲੈਰਿਟੀ ਨਾਲ ਦਿਖ ਜਾਂਦੀਆਂ ਨੇ। ਸੋ ਪਿਆਰੇ ਵਿਦਿਆਰਥੀਓ, ਕੁਝ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹ ਰਿਹਾ ਸੀ। ਇਸ ਤੋਂ ਨੈਕਸਟ ਹੁਣ ਕੁਝ ਗੱਲਾਂ ਆਪਾਂ ਡਾਇਰੈਕਟ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਨਾਲ ਕੁਝ ਗੱਲਾਂ 3-4 ਤੁਹਾਨੂੰ ਟਿਪਸ ਦੇ ਰਿਹਾ, ਜਿਹੜੇ ਬੜੇ ਹੀ ਇੰਪੋਰਟੈਂਟ ਟਿਪਸ ਨੇ। ਤਾਂ ਹੁਣ ਅਸੀਂ ਸਕਰੀਨ ਤੋਂ ਹਟ ਕੇ ਡਾਇਰੈਕਟ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਾਂਗੇ। ਹਾਂਜੀ। ਸੋ ਸਭ ਤੋਂ ਪਹਿਲੀ ਗੱਲ ਤਾਂ ਪਿਆਰੇ ਵਿਦਿਆਰਥੀਓ ਦੇਖੋ ਇਹ ਹੈ ਕਿ ਜਦੋਂ ਬੇਟਾ ਅਸੀਂ ਪੇਪਰ ਦੇਣ ਜਾਣਾ ਹੈ, ਸਾਡਾ ਨਾ ਬ੍ਰੇਨ ਬਿਲਕੁਲ ਰਿਲੈਕਸ ਹੋਣਾ ਚਾਹੀਦਾ ਹੈ। ਦੇਖੋ ਆਪਣੇ ਕੋਲ ਹਾਲੇ ਬਹੁਤ ਸਮਾਂ ਪਿਆ, ਤਾਂ ਆਪਾਂ ਨੇ ਕੀ ਕਰਨਾ ਹੈ, ਸਮੇਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਹੈ, ਔਰ ਇਸ ਸਮੇਂ ਨੂੰ ਵੱਧ ਤੋਂ ਵੱਧ ਫਾਇਦਾ ਲੈ ਕੇ ਅਸੀਂ ਆਪਣੀ ਤਿਆਰੀ ਇੰਨੀ ਕੁ ਕਰ ਲੈਣੀ ਹੈ ਕਿ ਜਦੋਂ ਸਾਡੇ ਪੇਪਰ ਹੋਣ ਤਾਂ ਸਾਡੇ ਮਾਈਂਡ ਤੇ ਪ੍ਰੈਸ਼ਰ ਨਾ ਹੋਵੇ। ਅਸੀਂ ਤਾਂ ਇਹ ਕਹੀਏ ਕਿ ਸਰ ਸਾਡੀ ਤਿਆਰੀ ਹੈ ਜੀ, ਪੇਪਰ ਲਓ ਤੁਸੀਂ। ਸੋ ਦੂਸਰੀ ਬੇਟਾ ਇਹ ਹੈ, ਮੰਨ ਲਓ ਤੁਹਾਡਾ 6 ਤਾਰੀਖ ਦਾ ਪੇਪਰ ਹੈ, ਤਾਂ ਉਸ ਪੇਪਰ ਤੋਂ ਇੱਕ ਰਾਤ ਪਹਿਲਾਂ ਜਿਹੜੀ ਨੀਂਦ ਲੈਣੀ ਹੈ ਉਹ ਬੜੀ ਜ਼ਰੂਰੀ ਹੈ। ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਦੇਖਿਆ ਸਰ, ਉਹ ਕੀ ਕਰਦੇ ਨੇ ਕਿ ਪੇਪਰ ਤੋਂ ਇੱਕ ਰਾਤ ਪਹਿਲਾਂ ਸਾਰੀ ਰਾਤ ਉਹ ਜਾਗਦੇ ਰਹਿੰਦੇ ਨੇ। ਜਾਗਣ ਦੇ ਨਾਲ ਕੀ ਹੁੰਦਾ ਬੇਟਾ, ਦੇਖੋ ਬ੍ਰੇਨ ਹੈ, ਤਾਂ ਜੇ ਅਸੀਂ ਬ੍ਰੇਨ ਨੂੰ ਰਿਲੈਕਸ ਨਹੀਂ ਕਰਾਂਗੇ ਤਾਂ ਇਹ ਆਊਟਪੁੱਟ ਤਾਂ ਨਹੀਂ ਦੇਊਗਾ ਜੋ ਆਪਾਂ ਨੂੰ ਦੇਣੀ ਬਣਦੀ ਹੈ। ਸੋ ਇਸ ਚੀਜ਼ ਦਾ ਜ਼ਰੂਰ ਅਸੀਂ ਬੇਟਾ ਧਿਆਨ ਰੱਖਣਾ ਹੈ ਕਿ ਜਿਹੜਾ ਦਿਨ ਤੁਹਾਡਾ ਪੇਪਰ ਹੈ, ਉਸ ਤੋਂ ਇੱਕ ਰਾਤ ਪਹਿਲਾਂ ਪੂਰੀ ਨੀਂਦ ਅਸੀਂ ਲੈਣੀ ਹੈ, ਤਾਂ ਕਿ ਤਿਆਰੀ ਤੁਸੀਂ ਇਸ ਤਰੀਕੇ ਨਾਲ ਕਰਿਓ ਕਿ ਸਾਨੂੰ ਐਕਸਟਰਾ ਟਾਈਮ ਜਿਹੜੇ ਲਗਾਉਣੇ ਨੇ ਆਪਾਂ ਹੁਣ ਲਗਾਵਾਂ ਬੇਟਾ। ਹੁਣ ਆਪਣੇ ਕੋਲ ਟਾਈਮ ਹੈ, ਤਾਂ ਇਹ ਉਹ ਸਮਾਂ ਜਦੋਂ ਆਪਾਂ ਮੈਕਸਿਮਮ ਟਾਈਮ ਲਾਈਏ ਤਾਂ ਕਿ ਪੇਪਰ ਦੇ ਨੇੜੇ ਜਾ ਕੇ ਅਸੀਂ ਰਿਲੈਕਸ ਰਹੀਏ। ਮੇਰਾ ਤਾਂ ਸੁਜੈਸ਼ਨ ਇਹ ਹੈ, ਜੇ ਤੁਸੀਂ ਮੇਰੀ ਆਪਣੀ ਪਰਸਨਲ ਮੰਨਦੇ ਹੋ, ਨਿੱਜੀ ਤੌਰ ਤੇ ਸਰ ਮੇਰੀ ਆਦਤ ਇਹ ਹੈ ਕਿ ਜੇ ਮੇਰਾ 7 ਤਾਰੀਖ ਦਾ ਪੇਪਰ ਹੈ ਤਾਂ ਮੈਂ 5 ਤਾਰੀਖ ਤੱਕ ਤਿਆਰੀ ਕਰਕੇ ਰੱਖ ਲੈਣਾ, ਔਰ 6 ਤਰੀਕ ਨੂੰ ਮੈਂ ਰਿਲੈਕਸ ਰਹਿਣਾ। ਹਾਂਜੀ ਸਰ, ਤੁਹਾਡਾ ਕੀ ਵਿਚਾਰ ਹੈ? ਬਿਲਕੁਲ ਸਹੀ ਗੱਲ ਹੈ ਜੀ। ਤੇ ਉਮੀਦ ਕਰਦੇ ਹਾਂ ਪਿਆਰੇ ਵਿਦਿਆਰਥੀਓ, ਅੱਜ ਵਾਲਾ ਇਹ ਜਿਹੜਾ ਇਮਤਿਹਾਨ ਦੇ ਵਿੱਚ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਦਾ ਜਿਹੜਾ ਸੈਸ਼ਨ ਆ, ਤੁਹਾਡੇ ਲਈ ਜ਼ਰੂਰ ਲਾਹੇਵੰਦ ਸਾਬਤ ਹੋਵੇਗਾ। ਬਿਲਕੁਲ। ਆਪਣੇ ਸਕੂਲ ਦੇ ਟਾਈਮ ਟੇਬਲ ਦੀ ਤਰ੍ਹਾਂ ਤੁਸੀਂ ਘਰ ਦੇ ਵਿੱਚ ਵੀ ਆਪਣੀ ਸਟੱਡੀ ਦਾ ਟਾਈਮ ਟੇਬਲ ਬਣਾ ਕੇ ਮਿਹਨਤ ਕਰਨੀ ਸ਼ੁਰੂ ਕਰੋਗੇ ਤੇ ਚੰਗੇ ਅੰਕ ਲੈ ਕੇ ਆਪਣੇ ਸਕੂਲ ਦਾ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋਗੇ। ਔਰ ਪਿਆਰੇ ਵਿਦਿਆਰਥੀਓ, ਇੱਥੇ ਮੈਂ ਕੀ ਆਪ ਸਭ ਨੂੰ ਕਹਿਣੀ ਚਾਹ ਰਿਹਾ ਕਿ ਜਿੰਨੇ ਸਾਡੇ ਅਧਿਆਪਕ ਸਾਹਿਬਾਨ ਨੇ, ਜਿੰਨੇ ਤੁਹਾਡੇ ਸਕੂਲ ਮੁਖੀ ਸਾਹਿਬਾਨ ਨੇ, ਜਾਂ ਜਿੰਨੇ ਤੁਹਾਡੇ ਕੋਲ ਅਦਰ ਦੈਨ ਦੈਟ ਸਿੱਖਿਆ ਵਿਭਾਗ ਪੰਜਾਬ ਦੇ ਜਿੰਨੇ ਵੀ ਸਮੂਹ ਕਰਮਚਾਰੀ ਵਿਭਾਗ ਦੇ ਸੀ, ਜਿੰਨੇ ਵੀ ਕੰਮ ਕਰ ਰਹੇ ਆ,
ਦਿਨ ਰਾਤ ਅਸੀਂ ਤੁਹਾਡੇ ਲਈ ਲੱਗੇ ਹੋਏ ਹਾਂ। ਸੋ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ, ਕੋਈ ਸਵਾਲ ਹੋਵੇ, ਇਸ ਨੂੰ ਪੁੱਛਣ ਤੋਂ ਬਿਲਕੁਲ ਨਹੀਂ ਝਿਜਕਣਾ। ਤੁਸੀਂ ਜੋ ਵੀ ਤੁਹਾਨੂੰ ਸਭ ਤੋਂ ਨੇੜੇ ਮਿਲਦਾ ਹੈ ਉਸ ਨੂੰ ਖੁੱਲ੍ਹ ਕੇ ਪੁੱਛਣਾ ਹੈ। ਤੁਹਾਨੂੰ ਹਰ ਇੱਕ ਚੀਜ਼ ਦੇ ਲਈ ਸਹੂਲਤ ਦਿੱਤੀ ਜਾਊਗੀ। ਅਸੀਂ ਹਾਜ਼ਰ ਹਾਂ ਬੇਟਾ ਤੁਹਾਡੇ ਲਈ। ਸੋ ਸਾਰੇ ਅਧਿਆਪਕ ਸਾਹਿਬਾਨਾਂ ਦਾ, ਸਾਰੇ ਪਿਆਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ। ਥੈਂਕ ਯੂ ਬੇਟਾ।